मनुआ सतगुर का दर्शन पाए जियो। धन सो वेला जित दर्शन करना, हौ बलिहारी सतगुर चरना। सतनाम श्री वाहिगुरु साहिब जी। सुन निरंतर दीजै बंद, उडै ना हंसा पड़ै ना कंद। सहज गुफा घर जानै साचा, नानक साचे भावै साचा। सुन निरंतर दीजै बंद, उडै ना हंसा पड़ै ना कंद। सहज गुफा घर जानै साचा, नानक साचे भावै साचा। वाहिगुरु जी का खालसा, वाहिगुरु जी की फतेह। पतित पावन भगत वत्सल अंतरजामी किरपा दे खजाने, तख्त चौर छत्र दे मालक, दसां पातशाहियां दी जोत, जाहर जहूर हाजर हजूर सर्व कला भरपूर। धन श्री गुरु ग्रंथ साहिब जी महाराज, सतगुरां दी महान किरपा रहमत बख्शिश दा सदका, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ, ਸਤ ਸੰਗਤ ਦੀਆਂ ਅਮੋਲਕ ਵਡਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਗੁਰੂ ਕੀ ਕਿਰਪਾ ਦਾ ਸਦਕਾ ਹੈ। ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ। ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਕਲਿਆਣਕਾਰੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਿੱਧ ਗੋਸ਼ਟ ਬਾਣੀ ਦੇ ਅੰਦਰ ਜੋ ਇਹ ਸਿੱਧਾਂ ਦੇ ਕੀਤੇ ਹੋਏ ਸਵਾਲ ਉਹਨਾਂ ਦੇ ਮਹਾਰਾਜ ਸਾਹਿਬ ਜੀ ਨੇ ਜਵਾਬ ਦਿੱਤੇ। ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਇਸ ਅੰਮ੍ਰਿਤ ਬਾਣੀ ਦੇ ਅੰਦਰ ਹਨ। ਸੋ ਜਿਸ ਪਾਵਨ ਪੌੜੀ ਦਾ ਅਸੀਂ ਪਾਠ ਸਰਵਣ ਕੀਤਾ ਹੈ, ਇਹ ਸਿੱਧ ਗੋਸ਼ਟ ਬਾਣੀ ਦੀ 16ਵੀਂ ਪੌੜੀ ਹੈ। ਅੱਜ ਦਾ ਪਾਵਨ ਉਪਦੇਸ਼ ਮਹਾਰਾਜ ਸਾਹਿਬ ਜੀ 16ਵੀਂ ਪੌੜੀ ਤੋਂ ਆਰੰਭ ਕਰਦੇ ਹਨ, 939 ਅੰਗ ਤੋਂ। ਜਿਵੇਂ ਸਤਿਗੁਰੂ ਜੀ ਕਿਰਪਾ ਰਹਿਮਤ ਕਰਦੇ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਨਿਰੰਤਰ ਦੀਜੈ ਬੰਦ। ਮਹਾਰਾਜ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਫਰਮਾਉਂਦੇ ਹਨ, ਸੁਨ ਨਿਰੰਤਰ। ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ? ਸੁਨ ਹੈ, ਅਫੁਰ ਸਰੂਪ ਹੈ। ਜੋ ਸੁਨ ਹੈ, ਅਫੁਰ ਸਰੂਪ ਹੈ,
ਨਿਰੰਤਰ ਇੱਕ ਰਸ ਉਸ ਅਫੁਰ ਸਰੂਪ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਜੋ ਫੁਰਨਿਆਂ ਤੋਂ ਰਹਿਤ ਹੈ, ਇੱਕ ਰਸ ਸੁੰਨ ਹੈ, ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪਣੀ ਬਿਰਤੀ ਨੂੰ ਬੰਨ੍ਹ ਦੇਣਾ ਕਰੇ, ਆਪਣੀ ਸੁਰਤ ਨੂੰ ਉਸ ਸੁੰਨ ਸਰੂਪ ਦੇ ਵਿੱਚ ਲਗਾਤਾਰ ਇੱਕ ਰਸ ਨਿਰੰਤਰ ਦੀਜੈ ਬੰਨ੍ਹ ਦੇਣਾ ਕਰੇ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਕਰੇ ਆਪਣੀ ਸੁਰਤ ਨੂੰ। ਉੱਡੈ ਨਾ ਹੰਸਾ ਪੜੈ ਨਾ ਕੰਧ। ਇਸ ਵੇਲੇ ਆਪਣੀ ਸੁਰਤ ਨੂੰ, ਆਪਣੀ ਬਿਰਤੀ ਨੂੰ ਸੁੰਨ ਸਰੂਪ ਦੇ ਵਿੱਚ ਇਹ ਬੰਨੇਗਾ, ਜੋੜੇਗਾ, ਤਾਂ ਫਿਰ ਮਹਾਰਾਜ ਕਹਿੰਦੇ ਇਹ ਜੀਵ ਆਤਮਾ ਉੱਡ ਕੇ ਪੜੈ ਨਾ ਕੰਧ, ਫਿਰ ਸਰੀਰਾਂ ਰੂਪੀ ਕੰਧ ਦੇ ਵਿੱਚ, ਸਰੀਰਾਂ ਦੇ ਵਿੱਚ ਜਾ ਕੇ ਪੜੇਗਾ ਨਹੀਂ, ਪਵੇਗਾ ਨਹੀਂ। ਭਾਵ ਫਿਰ ਇਹਦਾ ਆਵਾਗੁਣ ਮੁੱਕ ਜਾਵੇਗਾ, ਫਿਰ ਜੰਮਣਾ ਮਰਨਾ ਮੁੱਕ ਜਾਵੇਗਾ। ਫਿਰ ਇਹ ਜੀਵ ਆਤਮਾ ਰੂਪੀ ਜੋ ਹੰਸ ਹੈ, ਇਹ ਉੱਡ ਕਰਕੇ, ਉਡਾਰੀ ਮਾਰ ਕੇ ਪਰਲੋਕ ਨੂੰ ਜਾ ਕਰਕੇ ਤੇ ਫਿਰ ਸਰੀਰਾਂ ਵਿੱਚ ਨਹੀਂ ਪਵੇਗਾ। ਇਹ ਜੀਵ ਆਤਮਾ ਦਾ ਭਟਕਣਾ, ਉੱਡਣਾ ਖਤਮ ਹੋ ਜਾਵੇਗਾ ਤੇ ਇਹ ਸਰੀਰਾਂ ਦੇ ਵਿੱਚ ਨਹੀਂ ਪਵੇਗਾ ਜਾ ਕੇ। ਸਹਿਜ ਗੁਫਾ ਘਰ ਜਾਣੈ ਸਾਚਾ। ਸਿੱਧਾਂ ਨੇ ਗੁਫਾ ਦੇ ਬਾਰੇ ਵੀ ਮਹਾਰਾਜ ਸਾਹਿਬ ਜੀ ਤੋਂ ਪੁੱਛਿਆ ਕਿ ਅਸੀਂ ਤਾਂ ਗੁਫਾ ਦੇ ਵਿੱਚ ਬੈਠ ਕਰਕੇ ਜਪ ਤਪ ਕਰਦੇ ਹਾਂ। ਮਹਾਰਾਜ ਸਾਹਿਬ ਕਹਿੰਦੇ ਵੀ ਸਹਿਜ ਗੁਫਾ, ਸ਼ਾਂਤੀ ਰੂਪੀ ਗੁਫਾ ਜਿਹੜੀ ਹੈ ਉਹ ਪ੍ਰਾਪਤ ਕਰੇ। ਸਹਿਜ ਅਵਸਥਾ ਦੇ ਵਿੱਚ ਜੋ ਟਿਕਣਾ ਹੈ, ਅਡੋਲਤਾ ਦੇ ਵਿੱਚ ਜੋ ਹੋਣਾ ਹੈ, ਇਹ ਸ਼ਾਂਤੀ ਰੂਪੀ ਗੁਫਾ ਦੇ ਵਿੱਚ ਬੈਠਣਾ ਕਰੇ। ਆਪਣੇ ਮਨ ਨੂੰ, ਆਪਣੇ ਫੁਰਨਿਆਂ ਨੂੰ ਸ਼ਾਂਤ ਕਰੇ, ਗੁਰੂ ਕੇ ਸ਼ਬਦ ਦੇ ਨਾਲ ਜੁੜ ਕਰਕੇ। ਉਹ ਸੁੰਨ ਸਰੂਪ ਜੋ ਪਰਮੇਸ਼ਰ ਹੈ, ਜੋ ਫੁਰਨਿਆਂ ਤੋਂ ਰਹਿਤ ਹੈ, ਉਹਦੇ ਗਿਆਨ ਨੂੰ ਪ੍ਰਾਪਤ ਕਰਕੇ ਸ਼ਬਦ ਦੇ ਦੁਆਰਾ ਉਸ ਵਾਹਿਗੁਰੂ ਜੀ ਦੇ ਨਾਲ ਆਪਣੀ ਸੁਰਤ ਨੂੰ ਜੋੜ ਕੇ ਤੇ ਸ਼ਾਂਤੀ ਰੂਪੀ ਗੁਫਾ ਦੇ ਵਿੱਚ ਬੈਠੇ। ਸ਼ਾਂਤੀ ਰੂਪੀ ਗੁਫਾ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਸ਼ਾਂਤ ਹਨ, ਸੁੰਨ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਸਾਰੇ ਫੁਰਨਿਆਂ ਤੋਂ ਰਹਿਤ ਹੈ। ਵਾਹਿਗੁਰੂ ਪਰਮੇਸ਼ਰ, ਉਹਨੂੰ ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ, ਕੋਈ ਗਮ ਨਹੀਂ ਹੈ, ਕੋਈ ਝੋਰਾ ਨਹੀਂ ਹੈ। ਕਿਉਂਕਿ ਸਾਡਾ ਜੀਵਾਂ ਦਾ ਮਨ ਅਸ਼ਾਂਤ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਚਿੰਤਾ ਹੋਵੇ, ਜਦੋਂ ਕੋਈ ਗਮ ਹੋਵੇ, ਜਦੋਂ ਕੋਈ ਝੋਰਾ ਹੋਵੇ, ਕੋਈ ਸੰਸਾ ਹੋਵੇ, ਤਾਂ ਫਿਰ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ, ਮਨ ਟਿਕਾ ਦੇ ਸਹਿਤ ਨਹੀਂ ਹੁੰਦਾ। ਤਾਂ ਪਰਮੇਸ਼ਰ ਦੇ ਸਰੂਪ ਦੇ ਵਿੱਚ ਤਾਂ ਨਾ ਕੋਈ ਗਮ ਹੈ, ਨਾ ਕੋਈ ਚਿੰਤਾ ਹੈ, ਨਾ ਕੋਈ ਝੋਰਾ ਹੈ। ਉਹ ਤਾਂ ਇੱਕ ਰਸ ਹੈ, ਆਨੰਦ ਸਰੂਪ, ਸਤ ਚੇਤਨ ਆਨੰਦ ਸਰੂਪ ਜੋ ਪਰਮੇਸ਼ਰ ਹੈ, ਉਹ ਆਨੰਦ ਦਾ ਘਰ ਹੈ, ਆਨੰਦ ਦਾ ਸਾਗਰ ਹੈ। ਉਹ ਚਿੰਤਾ ਤੋਂ ਰਹਿਤ ਹੈ, ਗਮਾਂ ਤੋਂ ਰਹਿਤ ਹੈ। ਇਸ ਕਰਕੇ ਉਹ ਸਦਾ ਸ਼ਾਂਤ ਹੈ ਤੇ ਉਸ ਸ਼ਾਂਤ ਵਿੱਚ ਜੁੜ ਕਰਕੇ ਮਨੁੱਖ ਸ਼ਾਂਤ ਹੋ ਸਕਦਾ। ਸ਼ਾਂਤੀ ਦਾ ਦਾਤਾ, ਸ਼ਾਂਤੀ ਦਾ ਸਾਗਰ ਅਕਾਲ ਪੁਰਖ ਵਾਹਿਗੁਰੂ ਹੈ। ਉਹਨੂੰ ਕੋਈ ਚਿੰਤਾ ਹੀ ਨਹੀਂ ਹੈ। ਤੋ ਐਸਾ ਜੋ ਪਰਮੇਸ਼ਰ ਹੈ, ਮਹਾਰਾਜ ਕਹਿੰਦੇ ਵੀ ਸਹਿਜ ਗਿਆਨ ਦੇ ਦੁਆਰਾ ਸਹਿਜ ਅਵਸਥਾ ਰੂਪੀ ਗੁਫਾ ਦੇ ਵਿੱਚ ਟਿਕੇ। ਸਹਿਜ ਰੂਪੀ ਜਿਹੜੀ ਗੁਫਾ ਹੈ, ਸ਼ਾਂਤੀ ਰੂਪੀ ਜੋ ਗੁਫਾ ਹੈ, ਉਸ ਨੂੰ ਪ੍ਰਾਪਤ ਕਰੇ। ਫਿਰ ਕੀ ਹੋਵੇਗਾ? ਜਦੋਂ ਇਹ ਗੁਰੂ का ਗਿਆਨ ਪ੍ਰਾਪਤ ਹੋਵੇਗਾ, ਸਹਿਜ ਅਵਸਥਾ ਸ਼ਾਂਤੀ ਰੂਪੀ ਗੁਫਾ ਦੀ ਪ੍ਰਾਪਤੀ ਹੋਵੇਗੀ। ਘਰ ਜਾਣੈ ਸਾਚਾ, ਫਿਰ ਆਪਣੇ ਸੱਚੇ ਘਰ ਨੂੰ ਜਾਣ ਲਵੇਗਾ।
ਆਪਣੇ ਅਸਲੀ ਘਰ ਦੀ ਇਹਨੂੰ ਸਮਝ ਪਵੇਗੀ, ਜੋ ਅਸਲੀ ਘਰ ਹੈ, ਜੋ ਸੱਚਾ ਘਰ ਹੈ, ਜਿਹੜਾ ਘਰ ਕਦੇ ਵੀ ਨਾਸ ਹੋਣ ਵਾਲਾ ਨਹੀਂ ਹੈ। ਮਹਾਰਾਜ ਸਾਹਿਬ ਜੀ ਆਖਿਆ ਵੀ ਆ ਜਿਹੜਾ ਸੰਸਾਰ ਦੇ ਵਿੱਚ ਸਾਡਾ ਘਰ ਹੈ ਨਾ, ਇਹ ਘਰ ਸਾਡਾ ਸੱਚਾ ਘਰ ਨਹੀਂ ਹੈ। ਇਹ ਘਰ ਤੇ ਛੱਡ ਦੇਣਾ ਹੈ। ਘਰ ਛੱਡਣੇ ਰਹਿ ਨਾ ਕੋਈ। ਇਹਨਾਂ ਘਰਾਂ ਨੂੰ ਤੇ ਸਾਰਿਆਂ ਨੇ ਛੱਡ ਕੇ ਜਾਣਾ। ਉਹ ਸੱਚੇ ਘਰ ਨੂੰ ਫਿਰ ਜਾਣੇਗਾ। ਉਹ ਸੱਚਾ ਘਰ ਵਾਹਿਗੁਰੂ ਦਾ ਦਰਬਾਰ ਹੈ। ਉਹ ਸੱਚਾ ਘਰ ਸੱਚਖੰਡ ਰੂਪੀ ਘਰ ਹੈ, ਤੁਰਿਆ ਪਦ ਰੂਪੀ ਘਰ ਹੈ। ਉਸ ਸੱਚੇ ਘਰ ਨੂੰ ਜਾਣ ਲਵੇਗਾ। ਮਹਾਰਾਜ ਸਾਹਿਬ ਜੀ ਜਦੋਂ ਘਰ ਦਾ ਜ਼ਿਕਰ ਕਰਦੇ ਅੰਮ੍ਰਿਤ ਬਾਣੀ ਦੇ ਵਿੱਚ, ਤਾਂ ਇਹਨਾਂ ਘਰਾਂ ਦਾ ਵੀ ਜ਼ਿਕਰ ਕਰਦੇ ਆ ਜਿਨ੍ਹਾਂ ਘਰਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਜੋ ਇੱਟਾਂ ਵੱਟਿਆਂ ਦੇ ਬਣੇ ਹੋਏ ਘਰ ਹਨ, ਪੱਥਰ ਦੇ ਬਣੇ ਹੋਏ ਘਰ ਹਨ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਜਿਹੜਾ ਘਰ ਹੈ ਇਹਨੂੰ ਤਾਂ ਇੱਕ ਦਿਨ ਛੱਡ ਕੇ ਚਲੇ ਜਾਣਾ। ਜਿਵੇਂ ਬਾਵਨ ਅੱਖਰੀ ਬਾਣੀ ਚ ਗਰੀਬ ਨਵਾਜ ਫਰਮਾਉਂਦੇ, ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ। ਸਤਿਗੁਰੂ ਕਹਿੰਦੇ ਵੀ ਬੰਦਿਆ, ਡੇਰਾ ਨਾਮ ਵੀ ਘਰ ਦਾ ਹੁੰਦਾ ਹੈ। ਸਾਧ ਸੰਗਤ, ਘਰ ਨੂੰ ਡੇਰਾ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਇਲਾਕੇ ਦੀ ਬੋਲੀ ਹੈ। ਕੋਈ ਪਿੰਡ ਚੋਂ ਬਾਹਰ ਬੈਠਾ ਹੋਵੇ ਤੇ ਉਹਨੂੰ ਇਸ ਤਰ੍ਹਾਂ ਵੀ ਕਹਿ ਦਿੰਦੇ ਆ ਵੀ ਬੈਕਾਂ ਤੇ ਬੈਠਾ, ਬੈਕਾਂ ਵਿੱਚ ਉਹਦਾ ਘਰ ਹੈ। ਤੇ ਕਿਸੇ ਇਲਾਕੇ 'ਚ ਕਿਹਾ ਜਾਂਦਾ ਹੈ ਬਾਹਰ ਡੇਰੇ ਤੇ ਰਹਿੰਦਾ। ਡੇਰਾ ਨਾਮ ਵੀ ਘਰ ਦਾ ਹੀ ਹੈ। ਜਿੱਥੇ ਕੋਈ ਰਹਿੰਦਾ ਹੈ, ਕਿਸੇ ਨੇ ਆਪਣਾ ਪੜਾ ਕੀਤਾ ਹੈ, ਆਪਣੀ ਰਿਹਾਇਸ਼ ਬਣਾਈ ਹੈ, ਉਹ ਰਹਿਣ ਵਾਲੀ ਥਾਂ ਨੂੰ ਹੀ ਡੇਰਾ ਕਿਹਾ ਜਾਂਦਾ। ਤੇ ਸਤਿਗੁਰੂ ਬਾਣੀ 'ਚ ਕਹਿੰਦੇ ਆ ਵੀ ਇਹ ਸੰਸਾਰ ਵਿੱਚ ਜਿਹੜਾ ਤੇਰਾ ਘਰ ਹੈ ਨਾ, ਇਹ ਤੇਰਾ ਪੱਕਾ ਡੇਰਾ ਨਹੀਂ, ਪੱਕਾ ਟਿਕਾਣਾ ਨਹੀਂ ਹੈ। ਇਹ ਘਰ ਤਾਂ ਤੂੰ ਛੱਡ ਕੇ ਵੀ ਜਾਣਾ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ। ਜਿੱਥੇ ਤੇਰਾ ਡੇਰਾ ਲੱਗਣਾ ਨਾ, ਜਾ ਕੇ ਜਿੱਥੇ ਤੂੰ ਟਿਕਾਣਾ ਕਰਨਾ, ਉਸ ਡੇਰੇ ਨੂੰ ਤੂੰ ਜਾਣ, ਤੂੰ ਸਮਝ, ਉਹਦੇ ਬਾਰੇ ਸੋਚ ਵਿਚਾਰ ਕਰ। ਇਸ ਘਰ ਦੇ ਬਾਰੇ ਤੇ ਸਾਰੀ ਜ਼ਿੰਦਗੀ ਖਿਆਲ ਕਰਦਾ ਹੈ ਵੀ ਘਰ ਬਣਾਉਣਾ ਹੈ, ਪਰ ਜਿੱਥੇ ਜਾਣਾ ਹੈ ਅੱਗੇ ਉਸ ਘਰ ਬਾਰੇ ਵੀ ਸੋਚ। ਡੱਡਾ ਡੇਰਾ ਇਹੋ ਨਹੀਂ, ਜਹ ਡੇਰਾ ਤਹ ਜਾਨ। ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਨ। ਆਖਿਆ ਗੁਰੂ ਕੇ ਸ਼ਬਦ ਦੇ ਰਾਹੀਂ ਉਸ ਡੇਰੇ ਦੇ ਬਾਰੇ ਤੂੰ ਜਾਣ ਸਕੇਗਾ, ਉਸ ਘਰ ਦੇ ਬਾਰੇ ਸਮਝ ਸਕੇਗਾ ਜਿੱਥੇ ਤੂੰ ਜਾਣਾ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬਹੁਤ ਵਾਰੀ ਇਹ ਜ਼ਿਕਰ ਕੀਤਾ ਹੈ। ਕਿਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਤੂੰ ਇਸੇ ਸੰਸਾਰ ਦੇ ਵਿੱਚ ਪ੍ਰਾਹੁਣਿਆਂ ਦੀ ਤਰ੍ਹਾਂ ਆਇਆ, ਰਿਸ਼ਤੇਦਾਰਾਂ ਦੀ ਤਰ੍ਹਾਂ ਆਇਆ। ਜਿਵੇਂ ਸਾਕ ਸੰਬੰਧੀ ਆਉਂਦੇ ਆ, ਕੋਈ ਇੱਕ ਦਿਨ ਰਹਿੰਦਾ, ਕੋਈ 2 ਦਿਨ ਰਹਿੰਦਾ, ਕੋਈ ਵੱਧ ਤੋਂ ਵੱਧ 4 ਦਿਨ ਰਹਿ ਪਵੇਗਾ। ਪਿਛਲੇ ਸਮੇਂ ਦੇ ਵਿੱਚ ਲੋਕ ਰਿਸ਼ਤੇਦਾਰ ਕੋਈ 4 ਦਿਨ ਰਹਿ ਪੈਂਦੇ ਸੀ। ਅੱਜ ਕੱਲ੍ਹ ਤਾਂ ਸਵੇਰੇ ਆਉਣ ਸ਼ਾਮ ਤੀਕ ਨਹੀਂ ਰਹਿੰਦਾ, ਕੋਈ 2 ਘੰਟਿਆਂ ਬਾਅਦ ਹੀ ਵਾਪਸ ਹੋ ਜਾਂਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਇਹ ਵੀ ਫਰਮਾਇਆ, ਗਵਾਲਿਆਂ ਦਾ ਵੀ ਜ਼ਿਕਰ ਕੀਤਾ, ਜੋ ਮੱਝਾਂ ਚਾਰਨ ਵਾਸਤੇ ਦਰਿਆਵਾਂ ਦੇ ਕੰਢੇ ਤੇ ਆਉਂਦੇ ਆ, ਉਹ ਚਰਾਂਦ ਖਰੀਦ ਲੈਂਦੇ ਆ। ਤੇ ਜਿਨ੍ਹਾਂ ਦੀ ਜ਼ਮੀਨ ਹੁੰਦੀ ਆ ਜ਼ਿਮੀਂਦਾਰਾਂ ਦੀ, ਉਹਨਾਂ ਨੂੰ ਮੋਹਲਤ ਦੇ ਦਿੰਦੇ ਵੀ ਤੁਸੀਂ 1 ਮਹੀਨੇ ਵਾਸਤੇ ਆਪਣੇ ਪਸ਼ੂ ਇੱਥੇ ਰੱਖ ਸਕਦੇ ਹੋ ਜਾਂ 2 ਮਹੀਨੇ ਵਾਸਤੇ ਰੱਖ ਸਕਦੇ ਹੋ। ਜਿੰਨੀ ਮੋਹਲਤ ਦਿੱਤੀ ਜਾਂਦੀ, ਜਦੋਂ ਮੋਹਲਤ ਪੂਰੀ ਹੋ ਜਾਂਦੀ ਹੈ ਤੇ ਫਿਰ ਗੁੱਜਰਾਂ ਨੂੰ ਆਪਣੀਆਂ ਮੱਝਾਂ ਅੱਗੇ ਲੈ ਕੇ ਜਾਣੀਆਂ ਪੈਂਦੀਆਂ ਉੱਥੋਂ। ਕਹਿੰਦੇ ਤੁਹਾਡਾ ਸਮਾਂ ਪੂਰਾ ਹੋ ਗਿਆ। ਸਤਿਗੁਰਾਂ ਨੇ ਇਹ ਵੀ ਦ੍ਰਿਸ਼ਟਾਂਤ ਦਿੱਤਾ ਗੁਰਬਾਣੀ ਦੇ ਅੰਦਰ। ਗੋਏ ਲਿਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਮਹਾਰਾਜ ਕਹਿੰਦੇ ਜੋ ਮੱਝਾਂ ਚਾਰਨ ਵਾਲਾ ਚਰਾਂਦ ਵਾਲੀ ਥਾਂ ਤੇ ਆਇਆ, ਉਹਨੇ ਉੱਥੇ ਕੀ ਪਸਾਰਾ ਪਸਾਰਨਾ। ਕੋਈ ਉੱਥੇ ਉਹ ਘਰ ਨਹੀਂ ਬਣਾ ਸਕਦਾ, ਕੋਈ ਪੱਕਾ ਸਥਾਨ ਨਹੀਂ ਬਣਾ ਸਕਦਾ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਰਹਿਣਾ ਤੇ ਇੱਥੇ ਮਹੀਨਾ 2 ਮਹੀਨੇ ਹੈ, ਇਹ ਮੇਰਾ ਕੋਈ ਪੱਕਾ ਥਾਂ ਤੇ ਹੈ ਨਹੀਂ। ਸਤਿਗੁਰੂ ਕਹਿੰਦੇ ਉਹਨਾਂ ਦੀ ਤਰ੍ਹਾਂ ਹੀ ਤੇਰੀ ਹਾਲਤ ਹੈ।
ਗੋਇਲ ਆਇਆ ਗੋਇਲ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਜਦੋਂ ਮੋਹਲਤ ਪੂਰੀ ਹੋ ਗਈ ਤੇ ਉਹ ਮੱਝਾਂ ਗਾਵਾਂ ਚਾਰਨ ਵਾਲੇ ਨੂੰ ਵੀ ਆਪਣੇ ਪਸ਼ੂ ਲੈ ਕੇ ਅੱਗੇ ਜਾਣਾ ਪੈਂਦਾ। ਬੰਦਿਆ ਜਦੋਂ ਤੇਰੀ ਮੋਹਲਤ ਪੂਰੀ ਹੋ ਗਈ ਤੈਨੂੰ ਵੀ ਇਹ ਘਰ ਛੱਡਣੇ ਪੈ ਜਾਣੇ, ਤੈਨੂੰ ਵੀ ਲੋਕ ਤੋਂ ਪਰਲੋਕ ਨੂੰ ਜਾਣਾ ਪੈਣਾ। ਇਸ ਕਰਕੇ ਆਪਣੀ ਅਸਲੀਅਤ ਅਸਲ ਘਰ ਦੀ ਵੀ ਪਛਾਣ ਕਰ। ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਮਹਾਰਾਜ ਫਿਰ ਕੀ ਕਰਨਾ ਚਾਹੀਦਾ ਸਾਨੂੰ? ਤਾਂ ਗਰੀਬ ਨਵਾਜ ਸਾਹਿਬ ਕਹਿੰਦੇ ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਹਰੀ ਦੇ ਗੁਣ ਗਾਉਣੇ ਚਾਹੀਦੇ ਆ ਤੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਭਾਈ। ਇਹ ਕੁਝ ਨਾਲ ਜਾਣਾ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਕਿਆ ਥੋੜੜੀ ਬਾਤ ਗੁਮਾਨ। ਤੇ ਥੋੜੀ ਜਿੰਨੀ ਗੱਲ ਦਾ ਗੁਮਾਨ ਕੀ ਕਰਨਾ? ਨਾਲੇ ਮਾਰੇ ਕਹਿੰਦੇ ਹੰਕਾਰ ਛੱਡਣਾ ਤੈਨੂੰ ਚਾਹੀਦਾ। ਇਹ ਥੋੜੀ ਜਿੰਨੀ ਤੇਰੀ ਗੱਲ ਹੈ, ਥੋੜੀ ਜੀ ਬਾਤ ਹੈ, ਤੇ ਇਹਦਾ ਤੂੰ ਗੁਮਾਨ ਕਰੀ ਜਾਣਾ। ਜਾਂ ਰਹਿਣਾ ਨਾਹੀ ਐਤ ਜਗ ਤੱਕ ਆਇਤ ਗਾਰ ਬਹੰਡੀਐ। ਕਿਆ ਥੋੜੜੀ ਬਾਤ ਗੁਮਾਨ ਰਹਾਉ। ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਸਤਿਗੁਰੂ ਕਹਿੰਦੇ ਰਿਸ਼ਤੇਦਾਰ ਆਉਂਦੇ ਆ ਰਾਤ ਨੂੰ, ਰਾਤ ਠਹਿਰਦੇ ਆ, ਪ੍ਰਭਾਤ ਹੁੰਦੀ ਹੈ ਤੇ ਆਪਦੇ ਘਰ ਨੂੰ ਚਲੇ ਜਾਂਦੇ। ਇਸੇ ਤਰ੍ਹਾਂ ਤੇਰੀ ਹਾਲਤ ਹੈ ਸੰਸਾਰ ਤੇ। ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਕਿਆ ਤੂੰ ਰੱਤਾ ਗਿਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਕੀ ਤੂੰ ਗ੍ਰਸਤ ਦੇ ਵਿੱਚ ਪਰਿਵਾਰ ਦੇ ਵਿੱਚ ਮਸਤ ਹੋ ਰਿਹਾ ਹੈ? ਇਹ ਸਭ ਫੁੱਲਾਂ ਦੀ ਬਗੀਚੀ ਦੀ ਤਰ੍ਹਾਂ ਹੈ। ਫੁੱਲਾਂ ਦੀਆਂ ਬਗੀਚੀਆਂ ਸਦਾ ਨਹੀਂ ਖਿੜੀਆਂ ਰਹਿੰਦੀਆਂ, ਸਦਾ ਨਹੀਂ ਬਸੰਤ ਰਹਿੰਦੀ, ਸਦਾ ਨਹੀਂ ਬਹਾਰ ਰਹਿੰਦੀ। ਜੇ ਫੁੱਲ ਖਿੜਿਆ ਹੈ ਤੇ ਉਹਨੇ ਮੁਰਝਾ ਵੀ ਜਾਣਾ। ਜੇ ਜਨਮ ਹੈ ਉਹਦੇ ਪਿੱਛੇ ਮਰਨ ਵੀ ਹੈ, ਜਵਾਨੀ ਹੈ ਉਹਦੇ ਪਿੱਛੇ ਬਿਰਧ ਅਵਸਥਾ ਵੀ ਹੈ। ਕਿਆ ਤੂੰ ਰੱਤਾ ਗਿਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਧਨ ਜੋਬਨ ਯਾਰ ਫੁੱਲੜਾ ਨਾਠੀ ਅੜੇ ਦਿਨ ਚਾਰ। ਪੱਬਣ ਕੇਰੇ ਪੱਤ ਜਿਉ ਢਲ ਢੁਲ ਜੁਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨੌ ਹੁਲਾ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ। ਤੇਰੇ ਸਰੀਰ ਰੂਪੀ ਚੋਲੇ ਨੇ, ਇਹ ਨਵੇਂ ਚੋਲੇ ਨੇ, ਪੁਰਾਣਾ ਚੋਲਾ ਹੋ ਜਾਣਾ। ਹੁਣ ਤੈਨੂੰ ਸਮਾਂ ਹੈ ਤੇ ਤੂੰ ਵਾਹਿਗੁਰੂ ਪਰਮੇਸ਼ਰ ਦੇ ਰੰਗ ਨੂੰ ਮਾਨਣਾ ਕਰ, ਪਰਮੇਸ਼ਰ ਦੇ ਪ੍ਰੇਮ ਨੂੰ ਮਾਨਣਾ ਕਰ, ਉਹਦੀ ਬੰਦਗੀ ਕਰ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨੌ ਹੁਲਾ। ਤੈਨੂੰ ਇਹ ਨਵਾਂ ਜੋਬਨ ਮਿਲਿਆ ਹੈ। ਇਹ ਜੋਬਨ ਦਾ ਸਮਾਂ ਹੈ, ਜਵਾਨੀ ਦਾ ਸਮਾਂ ਹੈ ਤੇ ਵਾਹਿਗੁਰੂ ਦਾ ਰੰਗ ਮਾਣ, ਉਹਦੇ ਪ੍ਰੇਮ ਨੂੰ ਮਾਣ। ਥੋੜੇ ਜਿਹੇ ਦਿਨਾਂ ਤੋਂ ਬਾਅਦ ਤੇਰਾ ਸਰੀਰ ਥੱਕ ਟੁੱਟ ਜਾਣਾ ਹੈ, ਤੇਰੇ ਨਵੇਂ ਚੋਲੇ ਨੇ ਪੁਰਾਣਾ ਹੋ ਜਾਣਾ। ਕਿਆ ਤੂੰ ਰੱਤਾ ਗਿਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜ। ਸਤਿਗੁਰੂ ਕਹਿੰਦੇ ਮੇਰੀ ਮੇਰੀ ਕੀ ਕਰਦਾ ਹੈ? ਜਿਸ ਵਾਹਿਗੁਰੂ ਪਰਮੇਸ਼ਰ ਨੇ ਸਭ ਕੁਝ ਦਿੱਤਾ ਹੈ ਉਹਦੀ ਵੀ ਇੱਛਾ ਕਰ, ਉਸ ਨੂੰ ਵੀ ਲੋੜ, ਉਹਦੀ ਪ੍ਰਾਪਤੀ ਦੀ ਲੋੜ ਵੀ ਮਹਿਸੂਸ ਕਰ ਕਿ ਉਹ ਪਰਮੇਸ਼ਰ ਵੀ ਚਾਹੀਦਾ। ਜਿਹਨੇ ਦਾਤਾਂ ਦਿੱਤੀਆਂ ਉਹ ਦਾਤਾ ਵੀ ਮਿਲਣਾ ਚਾਹੀਦਾ। ਜਿਨ ਦੀਆ ਸੋ ਪ੍ਰਭ ਲੋੜ, ਉਹਦੀ ਇੱਛਾ ਪੈਦਾ ਕਰ ਆਪਣੇ ਅੰਦਰ, ਤਾਂਘ ਪੈਦਾ ਕਰ ਵਾਹਿਗੁਰੂ ਦੀ ਪ੍ਰਾਪਤੀ ਦੀ। ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਸਰਪਰ ਦਾ ਅਰਥ ਹੈ ਜ਼ਰੂਰ, ਪਰ ਜ਼ਰੂਰ ਜ਼ਰੂਰ ਇੱਕ ਦਿਨ ਤੂੰ ਇੱਥੋਂ ਉੱਠ ਕੇ ਤੁਰ ਪੈਣਾ ਹੈ, ਉੱਠ ਕੇ ਚਲੇ ਜਾਣਾ ਹੈ। ਛੱਡ ਜਾਸੀ ਲੱਖ ਕਰੋੜ, ਲੱਖਾਂ ਕਰੋੜਾਂ ਤੂੰ ਇੱਥੇ ਹੀ ਛੱਡ ਕੇ ਚਲੇ ਜਾਣਾ। ਲੱਖ 84 ਭ੍ਰਮਤਿਆ ਦੁਲਭ ਜਨਮ ਪਾਇਓ ਏ। ਹੇ ਇਨਸਾਨ 84 ਲੱਖ ਜੂਨਾਂ ਵਿੱਚ ਭਰਮਦਿਆਂ ਭਰਮਦਿਆਂ ਤੈਨੂੰ ਦੁਰਲਭ ਜਨਮ ਮਿਲਿਆ, ਮਨੁੱਖਾ ਜਨਮ ਪ੍ਰਾਪਤ ਹੋਇਆ। ਨਾਨਕ ਨਾਮ ਸੰਭਾਲ ਤੂੰ। ਇਹ ਕਿਉਂ ਮਿਲਿਆ ਮਾਨਸ ਜਨਮ? ਮਹਾਰਾਜ ਕਹਿੰਦੇ ਨਾਮ ਸੰਭਾਲਣ ਵਾਸਤੇ, ਨਾਮ ਯਾਦ ਕਰਨ ਵਾਸਤੇ, ਨਾਮ ਦਾ ਸਿਮਰਨ ਕਰਨ ਵਾਸਤੇ। ਇਸ ਕਰਕੇ ਤੂੰ ਨਾਮ ਸੰਭਾਲਿਆ ਕਰ। ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ।
ਉਹ ਜਿਹੜਾ ਦਿਨ ਹੈ ਨਾ, ਅਖੀਰਲਾ ਦਿਨ, ਉਹ ਨੇੜੇ ਆਉਂਦਾ ਜਾਂਦਾ ਹੈ। ਉਹ ਦਿਨ ਜਿਸ ਦਿਨ ਤੋਂ ਸਾਰੇ ਹੀ ਡਰਦੇ, ਵੱਡੇ ਵੱਡੇ ਡਰਦੇ ਜਿਸ ਦਿਨ ਤੋਂ, ਵੀ ਉਹ ਦਿਨ ਨਾ ਆ ਜਾਵੇ। ਕਿਹੜਾ ਦਿਨ? ਅੰਤਲਾ ਦਿਨ, ਅਖੀਰ ਵਾਲਾ ਦਿਨ, ਜਿਸ ਵੇਲੇ ਇਹ ਘਰ ਛੱਡ ਕੇ ਤੇ ਉਸ ਘਰ ਵਿੱਚ ਜਾਣਾ। ਉਹ ਦਿਨ ਜਿਸ ਵੇਲੇ ਲੋਕ ਵਾਲਾ ਘਰ ਛੱਡ ਕੇ ਪਰਲੋਕ ਵਾਲੇ ਘਰ ਵਿੱਚ ਜਾਣਾ। ਨਾਨਕ ਨਾਮ ਸਮਾਲ ਤੂੰ, ਸੋ ਦਿਨ ਨੇੜਾ ਆਏ ਹੋਏ। ਮਹਾਰਾਜ ਕਹਿੰਦੇ ਉਹ ਦਿਨ ਤਾਂ ਨੇੜੇ ਆਉਂਦਾ ਜਾਂਦਾ, ਇੱਕ ਇੱਕ ਛਿਣ ਕਰਕੇ ਨੇੜੇ ਆਉਂਦਾ ਜਾਂਦਾ। ਇਸ ਕਰਕੇ ਭਾਈ, ਚੇਤਨਾ ਹੈ ਤੋ ਚੇਤ ਲੈ, ਚੇਤਨਾ ਹੈ ਤੋ ਚੇਤ ਲੈ, ਚੇਤਨਾ ਹੈ ਤੋ ਚੇਤ ਲੈ, ਚੇਤਨਾ ਹੈ ਤੋ ਚੇਤ ਲੈ। ਨਿਸ ਦਿਨ ਮੈਂ ਪ੍ਰਾਨੀ, ਨਿਸ ਦਿਨ ਮੈਂ ਪ੍ਰਾਨੀ, ਨਿਸ ਦਿਨ ਮੈਂ ਪ੍ਰਾਨੀ, ਨਿਸ ਦਿਨ ਮੈਂ ਪ੍ਰਾਨੀ। ਛਿਨ ਛਿਨ ਔਧ ਬਿਹਾਤ ਹੈ, ਛਿਨ ਛਿਨ ਔਧ ਬਿਹਾਤ ਹੈ, ਛਿਨ ਛਿਨ ਔਧ ਬਿਹਾਤ ਹੈ, ਛਿਨ ਛਿਨ ਔਧ ਬਿਹਾਤ ਹੈ। ਫੂਟੈ ਘਟ ਜਿਉ ਪਾਣੀ, ਫੂਟੈ ਘਟ ਜਿਉ ਪਾਣੀ, ਫੂਟੇ ਘਟ ਜਿਉ ਪਾਣੀ, ਫੂਟੇ ਘਟ ਜਿਉ ਪਾਣੀ। ਮਹਾਰਾਜ ਕਹਿੰਦੇ ਉਹ ਦਿਨ ਨੇੜੇ ਆਉਂਦਾ ਜਾਂਦਾ ਬੰਦਿਆ। ਛਿਨ ਛਿਨ ਕਰਕੇ ਉਮਰ ਘਟਦੀ ਜਾਂਦੀ ਹੈ ਤੇ 100 ਦਿਨ ਨੇੜੇ ਆਉਂਦਾ ਜਾਂਦਾ। ਛਿਨ ਛਿਨ ਔਧ ਬਿਹਾਤ ਹੈ, ਛਿਨ ਛਿਨ ਕਰਕੇ, ਇੱਕ ਸਕਿੰਟ ਸਕਿੰਟ ਕਰਕੇ। ਭਗਤ ਕਬੀਰ ਸਾਹਿਬ ਜੀ ਜਿਵੇਂ ਕਹਿੰਦੇ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ। ਉਮਰ ਘਟਦੀ ਜਾਂਦੀ ਹੈ, ਸਰੀਰ ਸਿੱਝਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ। ਉਹ ਦਿਨ ਨੇੜੇ ਆਉਣ ਵਿੱਚ ਲੱਗਾ ਹੋਇਆ। ਇਹ ਦਿਨ ਚੜ੍ਹਦਾ, ਛਿਪ ਜਾਂਦਾ, ਰਾਤ ਆਉਂਦੀ ਗੁਜ਼ਰ ਜਾਂਦੀ, ਦਿਨ ਆਉਂਦਾ ਜ਼ਿੰਦਗੀ 'ਚ ਲੰਘ ਜਾਂਦਾ। ਇਹ ਦਿਨ ਹੀ ਨਹੀਂ ਕੱਲੇ ਇਹ ਚੜ੍ਹਦੇ ਛਿਪਦੇ। ਮਹਾਰਾਜ ਕਹਿੰਦੇ ਸਾਡੀ ਜ਼ਿੰਦਗੀ ਦੇ ਦਿਨ ਘਟਦੇ ਜਾਂਦੇ, ਇਹ ਸਾਡੀ ਉਮਰ ਦਾ ਸਮਾਂ ਘਟਦਾ ਜਾ ਰਿਹਾ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਮਨ ਬਿਦ ਕੀਜੈ, ਸੋ ਦਿਨ ਆਵਨ ਲਾਗਾ। ਉਹ ਮੌਤ ਦਾ ਦਿਨ, ਅਖੀਰਲਾ ਦਿਨ ਨੇੜੇ ਆਉਣ ਵਿੱਚ ਲੱਗਾ ਹੋਇਆ। ਤੁਰਿਆ ਆਉਣ ਡਿਆ ਨੇੜੇ, ਇੱਕ ਇੱਕ ਦਿਨ ਕਰਕੇ, ਇੱਕ ਇੱਕ ਪਹਿਰ ਕਰਕੇ, ਇੱਕ ਇੱਕ ਘੜੀ ਕਰਕੇ ਨੇੜੇ ਆਈ ਜਾਂਦਾ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਨ ਲਾਗਾ। ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੋ ਹੈ ਕਾ ਕਾ। ਉਸ ਵੇਲੇ ਮਹਾਰਾਜ ਕਹਿੰਦੇ ਦੱਸੋ ਕੌਣ ਆ ਕਿਸੇ ਦਾ? ਕੋਈ ਕਿਸੇ ਦਾ ਨਹੀਂ ਬਣਦਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਇਹ ਘਰ ਛੱਡ ਕੇ ਜਾਣਾ, ਉਸ ਘਰ ਵਿੱਚ ਜਾਣਾ, ਉਹ ਸਮਾਂ ਨੇੜੇ ਆਉਂਦਾ ਜਾਂਦਾ ਹੈ। ਚੇਤਨਾ ਹੈ ਤੋ ਚੇਤ ਲੈ। ਇਸ ਕਰਕੇ ਤੂੰ ਚੇਤੇ ਕਰਨਾ ਹੈ ਤਾਂ ਕਰ ਲੈ। ਹੁਣ ਤੇਰੇ ਕੋਲੇ ਸਮਾਂ ਹੈ, ਜਿਸ ਵੇਲੇ ਅੰਤਲਾ ਸਮਾਂ ਆ ਗਿਆ ਫਿਰ ਕਿਵੇਂ ਚੇਤੇ ਕਰੇਂਗਾ? ਹਰ ਜਪਦਿਆਂ ਖਿਨ ਢਿੱਲ ਨਾ ਕੀਜਾਈ ਮੇਰੀ ਜਿੰਦੁੜੀਏ, ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ ਰਾਮ। ਫਿਰ ਪਤਾ ਨਹੀਂ ਸਾਹ ਆਉਣਾ ਕਿ ਨਹੀਂ ਆਉਣਾ। ਮਹਾਰਾਜ ਕਹਿੰਦੇ ਹੁਣ ਸਮਾਂ ਹੈ, ਹੁਣ ਸਵਾਸ ਹੈ, ਹੁਣ ਚੇਤੇ ਕਰ, ਸਿਮਰਨ ਕਰ, ਢਿੱਲ ਨਾ ਕਰ। ਕਬੀਰ ਕਾਲ ਕਰੰਤਾ ਅਵਹਿ ਕਰ, ਕਹਿੰਦਾ ਜੀ ਕੱਲ ਨੂੰ ਕਰ ਲਵਾਂਗਾ। ਭਗਤ ਕਬੀਰ ਸਾਹਿਬ ਕਹਿੰਦੇ ਕੱਲ ਨੂੰ ਨਹੀਂ, ਅੱਜ ਹੀ ਕਰ, ਅਬੈ ਹੁਣੇ ਹੀ ਕਰ ਪ੍ਰਭੂ ਦਾ ਸਿਮਰਨ। ਕਬੀਰ ਕਾਲ ਕਰੰਤਾ ਅਵਹਿ ਕਰ,
ਅਬ ਕਰਤਾ ਸੋਏ ਤਾਲ। ਜੇ ਕਹਿੰਦਾ ਨਾ ਹੁਣੇ ਕ ਕਰ ਲਵਾਂਗਾ, ਕਹਿੰਦੇ ਨਹੀਂ, ਹੁਣੇ ਕ ਨਹੀਂ, ਸੋਏ ਤਾਲ, ਐਸੇ ਵੇਲੇ ਕਰ। ਭਗਤ ਜੀ ਇੰਨੀ ਸ਼ੀਘਰਤਾ, ਇੰਨੀ ਕਰੜੀ, ਇਹ ਪਾਬੰਦੀ ਕਿਉਂ ਲਾਉਂਦੇ ਹੋ? ਇੱਕ ਦਿਨ ਦਾ ਸਮਾਂ ਵੀ ਨਹੀਂ ਦਿੰਦੇ ਹੋ, ਥੋੜਾ ਜਿੰਨਾ ਸਮਾਂ ਵੀ ਨਹੀਂ ਦਿੰਦੇ ਹੋ। ਭਗਤ ਜੀ ਕਹਿੰਦੇ ਤਾਂ ਕਹਿੰਦੇ ਆ ਵੀ ਬਾਅਦ ਵਿੱਚ ਸਿਰ ਤੇ ਕਾਲ ਆ ਜਾਣਾ, ਫਿਰ ਨਹੀਂ ਸਿਮਰਨ ਕੀਤਾ ਜਾਣਾ। ਕਬੀਰ ਕਾਲ ਕਰੰਤਾ ਅਵਹਿ ਕਰ, ਅਬ ਕਰਤਾ ਸੋਇ ਤਾਲ। ਪਾਸ਼ੈ ਕਛੂ ਨਾ ਹੋਏਗਾ, ਜੋ ਸਿਰ ਪਰ ਆਵੈ ਕਾਲ। ਜਦੋਂ ਸਿਰ ਤੇ ਕਾਲ ਹੀ ਆ ਗਿਆ, ਪਿੱਛੋਂ ਕੁਝ ਨਹੀਂ ਹੋਣਾ, ਫਿਰ ਤੇ ਸੋਚਦਿਆਂ ਹੀ ਰਹਿ ਜਾਣਾ। ਕਿ ਸਿਮਰਨ ਕਰ ਲੈਂਦੇ, ਨਿਤਨੇਮ ਕਰ ਲੈਂਦੇ, ਬੰਦਗੀ ਕਰ ਲੈਂਦੇ, ਸਤ ਸੰਗਤ ਕਰ ਲੈਂਦੇ ਤਾਂ ਚੰਗਾ ਸੀ। ਫਿਰ ਤਾਂ ਸਮਾਂ ਜਦੋਂ ਲੰਘ ਹੀ ਗਿਆ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨਾ, ਉਹ ਕਹਿੰਦੇ ਪਿੱਛੇ ਜੋ ਬੀਤ ਗਿਆ ਸਮਾਂ ਸੋ ਬੀਤ ਗਿਆ, ਜਿਹੜਾ ਅੱਗੇ ਹੈ ਇਹਨੂੰ ਤਾਂ ਸੰਭਾਲ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਗ ਅਸਾਂ ਦੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਆਗੇ ਸਮਝ ਚੱਲੋ ਨੰਦ ਲਾਲਾ, ਪਾਸ਼ਾ ਜੋ ਬੀਤੀ ਸੋ ਬੀਤੀ। ਕਹਿੰਦੇ ਪਿੱਛੇ ਜੋ ਬੀਤ ਗਈ ਸੋ ਬੀਤ ਗਈ, ਅੱਗੇ ਤਾਂ ਸਮਝ ਕੇ ਚੱਲ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਮੌਤ ਨੂੰ ਕਿੰਨਾ ਕੁ ਦੂਰ ਸਮਝਦੇ ਹੋ? ਤੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ, हे ਗਰੀਬ ਨਵਾਜ, ਦੋਹਾਂ ਘੜੀਆਂ ਦਾ ਵੀ ਪਤਾ ਨਹੀਂ ਹੈ। ਸਤਿਗੁਰੂ ਕਹਿੰਦੇ ਦੋ ਘੜੀਆਂ ਤੇ ਬਹੁਤ ਹੁੰਦੀਆਂ। ਭਾਈ ਮਰਦਾਨਾ ਜੀ ਕਿੰਨੀ ਕੁ ਦੂਰ ਸਮਝਦੇ ਹੋ? ਕਹਿੰਦੇ ਜੀ ਅੱਧੀ ਘੜੀ ਦਾ ਵੀ ਪਤਾ ਨਹੀਂ। ਮਹਾਰਾਜ ਕਹਿੰਦੇ ਅੱਧੀ ਘੜੀ ਵੀ ਬਹੁਤ ਹੁੰਦੀ ਆ। 12 ਮਿੰਟ ਦਾ ਸਮਾਂ, ਮਹਾਰਾਜ ਕਹਿੰਦੇ ਅੱਧੀ ਘੜੀ, ਇਹ ਅੱਧੀ ਘੜੀ ਵੀ ਬਹੁਤ ਹੁੰਦੀ ਹੈ। ਸਤਿਗੁਰੂ ਆਪ ਜੀ ਕਿੰਨੀ ਕੁ ਦੂਰ ਸਮਝਦੇ ਹੋ? ਤਾਂ ਮਹਾਰਾਜ ਕਹਿੰਦੇ ਵੀ ਅਸੀਂ ਸਮਝਦੇ ਹਾਂ ਵੀ ਜਿਹੜਾ ਸਵਾਸ ਆ ਰਿਹਾ ਇਹਨੇ ਪਤਾ ਨਹੀਂ ਵਾਪਸ ਮੁੜ ਕੇ ਜਾਣਾ ਕਿ ਨਹੀਂ ਜਾਣਾ, ਇੰਨਾ ਨੇੜੇ ਸਮਝਦੇ ਹਾਂ ਮੌਤ ਨੂੰ। ਉਸ ਵੇਲੇ ਬਚਨ ਉਚਾਰਿਆ ਸੀ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਨਾਨਕ ਬਿਨਵੈ ਤਿਸੈ ਸਰੇਵਾ ਹੋ, ਜਾ ਕੇ ਜੀ ਪ੍ਰਾਣਾ। ਅੰਧੇ ਜੀਵਨਾ ਵਿਚਾਰ, ਦੇਖ ਕੇਤੇ ਕੇ ਦਿਨਾ। ਸਮੇਂ ਦਾ ਪਤਾ ਨਹੀਂ ਹੈ, ਇੱਕਦਮ ਦਾ ਪ੍ਰਾਹੁਣਾ ਹੈ ਆਦਮੀ। ਜਿਹੜਾ ਸਵਾਸ ਆ ਰਿਹਾ ਪਤਾ ਨਹੀਂ ਇਹ ਗਰਾਸ ਬਣ ਕੇ ਪਿੱਛੇ ਜਾਣਾ ਕਿ ਨਹੀਂ ਜਾਣਾ। ਸਤਿਗੁਰੂ ਕਹਿੰਦੇ ਇਸ ਕਰਕੇ ਭਾਈ ਹੁਣ ਸਮਾਂ ਮਿਲਿਆ ਹੈ, ਆਪਣੇ ਉਸ ਘਰ ਨੂੰ ਚੇਤੇ ਕਰ ਜਿਸ ਘਰ ਵਿੱਚ ਜਾਣਾ, ਆ ਸੰਸਾਰੀ ਘਰ ਛੱਡ ਕੇ। ਇਸ ਕਰਕੇ ਚੇਤੇ ਕਰ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਰਾਤ ਦਿਨ ਦੇ ਵਿੱਚ ਪ੍ਰਾਣਾ ਧਾਰੀ ਪਰਮੇਸ਼ਰ ਦਾ ਚੇਤਾ ਕਰ, ਉਹਦਾ ਚਿੰਤਨ ਕਰ। ਇਸ ਪੰਕਤੀ ਦੇ ਅਰਥ ਕਰਦਿਆਂ ਮਹਾਂਪੁਰਖਾਂ ਨੇ ਕਈ ਅਰਥ ਕੀਤੇ। ਇੱਕ ਅਰਥ ਕੀਤਾ, ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਵੀ ਜੇ ਤੈਨੂੰ ਚੇਤਾ ਹੈ ਨਾ, ਤੂੰ ਜਨਮ ਤੋਂ ਪਹਿਲਾਂ ਵਾਹਿਗੁਰੂ ਦੇ ਨਾਲ ਕੌਲ ਕਰਾਰ ਕਰਕੇ ਆਇਆ ਵੀ ਮੈਨੂੰ ਇਸ ਨਰਕ ਦੇ ਵਿੱਚੋਂ ਕੱਢ, ਪੁੱਠੇ ਲਟਕਦੇ ਨੂੰ ਗਰਭ ਦੇ ਵਿੱਚੋਂ, ਤੇ ਮੈਂ ਸਵਾਸ ਸਵਾਸ ਤੇਰਾ ਸਿਮਰਨ ਕਰਿਆ ਕਰਾਂਗਾ, ਤੇਰੇ ਨਾਮ ਦਾ ਚਿੰਤਨ ਕਰਿਆ ਕਰਾਂਗਾ। ਤਾਂ ਮਹਾਰਾਜ ਕਹਿੰਦੇ ਜੇ ਤੈਨੂੰ ਉਹ ਗੱਲ ਚੇਤੇ ਆ ਵੀ ਮੈਂ ਪਰਮੇਸ਼ਰ ਨਾਲ ਵਾਅਦਾ ਕਰਕੇ ਆਇਆ, ਵਾਅਦਾ, ਤੇ ਹੁਣ ਚੇਤੇ ਕਰ ਲਾ। ਗੁਰਮੁਖਾਂ ਨੇ ਉਸ ਕੀਤੇ ਹੋਏ ਕੌਲ ਕਰਾਰ ਨੂੰ ਯਾਦ ਰੱਖਿਆ। ਵਾਰਾਂ ਦੇ ਵਧੀਕ ਵਿੱਚ ਮਹਾਰਾਜ ਦਾ ਬਚਨ ਆਉਂਦਾ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਖ ਦੁਆਰ। ਗੁਰਮੁਖਾਂ ਨੇ ਉਹ ਕੀਤੇ ਹੋਏ ਕੌਲ ਕਰਾਰਾਂ ਦੇ ਉੱਤੇ ਜੋ ਜਨਮ ਤੋਂ ਪਹਿਲਾਂ ਪਰਮੇਸ਼ਰ ਦੇ ਨਾਲ ਵਾਅਦਾ ਕੀਤਾ ਨਾ ਕਿ ਅਸੀਂ ਤੇਰਾ ਸਿਮਰਨ ਕਰਾਂਗੇ, ਉਹਨੂੰ ਯਾਦ ਕਰਕੇ ਉਹ ਚੇਤੇ ਕਰਦੇ ਆ। ਤਾਂ ਕਹਿੰਦੇ ਜੇ ਤੈਨੂੰ ਉਹ ਚੇਤਾ ਹੈ ਤਾਂ ਫਿਰ ਤੂੰ ਚੇਤੇ ਕਰ। ਚੇਤਨਾ ਹੈ ਤੋ ਚੇਤ ਲੈ,
ਤੇ ਚੇਤਨਾ ਨਾਮ ਬੁੱਧੀ ਦਾ ਵੀ ਹੁੰਦਾ ਹੈ। ਕਹਿੰਦੇ ਵੀ ਹੇ ਇਨਸਾਨ, ਜੇ ਤੇਰੀ ਬੁੱਧੀ ਕੰਮ ਕਰਦੀ ਹੈ ਨਾ, ਤੈਨੂੰ ਕੋਈ ਅਕਲ ਸਿਆਣਪ ਹੈ, ਤਾਂ ਫਿਰ ਤੂੰ ਪਰਮੇਸ਼ਰ ਨੂੰ ਚੇਤੇ ਕਰ ਲੈਣਾ ਕਰ। ਤੇ ਚੇਤਨਾ ਨਾਮ ਚੇਤਨ ਸੱਤਾ ਦਾ ਵੀ ਹੈ, ਵੀ ਜੇ ਤੇਰੇ ਸਰੀਰ ਦੇ ਵਿੱਚ ਚੇਤਨ ਸੱਤਾ ਹੈ, ਤੂੰ ਜਿਉਂਦਾ ਜਾਗਦਾ ਹੈ, ਤਾਂ ਫਿਰ ਇਨਸਾਨ ਪਰਮੇਸ਼ਰ ਨੂੰ ਚੇਤੇ ਕਰ ਲੈਣਾ ਕਰ। ਨਿਸ ਦਿਨ ਮੈਂ ਪ੍ਰਾਨੀ, ਰਾਤ ਦਿਨ ਵਿੱਚ ਚੇਤੇ ਕਰ ਪ੍ਰਾਣਾ ਧਾਰੀ। ਕਿਉਂਕਿ ਛਿਨ ਛਿਨ ਕਰਕੇ ਉਮਰ ਬੀਤਦੀ ਜਾ ਰਹੀ ਹੈ। ਜਿਵੇਂ ਟੁੱਟੇ ਹੋਏ ਘੜੇ ਦੇ ਵਿੱਚੋਂ, ਤਰੇੜ ਆਏ ਹੋਏ ਘੜੇ ਦੇ ਵਿੱਚੋਂ ਇੱਕ ਇੱਕ ਬੂੰਦ ਕਰਕੇ ਪਾਣੀ ਸਾਰਾ ਨਿਕਲ ਜਾਂਦਾ, ਇਸੇ ਤਰ੍ਹਾਂ ਤੇਰੇ ਸਵਾਸਾਂ ਰੂਪੀ ਪਾਣੀ ਖਤਮ ਹੁੰਦਾ ਜਾਂਦਾ ਹੈ। ਛਿਨ ਛਿਨ ਯੋਧ ਵਿਹਾਤ ਹੈ, ਫੂਟੇ ਘਟ ਜਿਉ ਪਾਣੀ। ਤਾਂ ਮਹਾਰਾਜ ਸਾਹਿਬ ਕਹਿੰਦੇ ਸਹਿਜ ਗੁਫਾ ਘਰ ਜਾਣੈ ਸਾਚਾ। ਇਹ ਸਿੱਧੋ, ਜਦੋਂ ਗੁਰੂ ਕੇ ਸਹਿਜ ਗਿਆਨ ਨੂੰ ਪ੍ਰਾਪਤ ਕਰਦਾ ਹੈ, ਫਿਰ ਸਹਿਜ ਅਡੋਲਤਾ ਵਿੱਚ ਜੀਵ ਆਉਂਦਾ ਹੈ। ਫਿਰ ਸਹਿਜ ਗੁਫਾ, ਸ਼ਾਂਤੀ ਰੂਪੀ ਗੁਫਾ ਇਸ ਨੂੰ ਪ੍ਰਾਪਤ ਹੁੰਦੀ ਹੈ। ਘਰ ਜਾਣੈ ਸਾਚਾ, ਫਿਰ ਆਪਣੇ ਸੱਚੇ ਘਰ ਨੂੰ ਇਹ ਜਾਣ ਲੈਂਦਾ ਵੀ ਆਹ ਸੰਸਾਰੀ ਜਿਹੜਾ ਘਰ ਹੈ, ਇਹ ਤਾਂ ਕੱਚਾ ਘਰ ਹੈ, ਇਹ ਤਾਂ ਨਾਸਵਾਨ ਘਰ ਹੈ। ਇਸ ਘਰ ਨੂੰ ਤਾਂ ਛੱਡ ਕੇ ਜਾਣਾ। ਸੱਚਾ ਘਰ ਤਾਂ ਉਹ ਦਰਗਾਹੀ ਘਰ ਹੈ, ਉਸ ਘਰ ਦੇ ਵਿੱਚ ਜਾਣਾ। ਅਸਾਂ ਭੇ ਉੱਥੇ ਜਾਣਾ, ਵੀ ਜਿੱਥੇ ਬਾਕੀ ਗਏ ਅਸੀਂ ਵੀ ਜਾਣਾ ਵਾ। ਇਸ ਕਰਕੇ ਉਸ ਘਰ ਨੂੰ ਚੇਤੇ ਕਰਦਾ ਹੈ, ਫਿਰ ਉਸ ਘਰ ਨੂੰ ਫਿਰ ਪ੍ਰਾਪਤ ਕਰ ਲੈਂਦਾ, ਜਾਣ ਲੈਂਦਾ। ਘਰ ਜਾਣੈ ਸਾਚਾ। ਜਿੱਥੇ ਪ੍ਰਤੱਖ ਇੱਟਾਂ ਵੱਟਿਆਂ ਦੇ ਘਰ ਨੂੰ ਵੀ ਆਪਾਂ ਘਰ ਕਹਿੰਦੇ ਆ, ਉੱਥੇ ਗੁਰਬਾਣੀ ਵਿੱਚ ਆ ਸਰੀਰ ਨੂੰ ਵੀ ਘਰ ਆਖਿਆ। ਸਾਧ ਸੰਗਤ, ਇਹ ਸਰੀਰ ਰੂਪੀ ਘਰ ਨੂੰ ਵੀ ਜਾਣ ਲੈਂਦਾ ਹੈ ਵੀ ਇਹ ਜਿਹਦੇ ਵਿੱਚ ਮੇਰੀ ਆਤਮਾ ਰਹਿੰਦੀ ਹੈ, ਜਿਸ ਵਿੱਚ ਇਹ ਰੂਹ ਦਾ ਵਾਸਾ ਹੈ, ਇਹ ਵੀ ਕੱਚਾ ਹੀ ਘਰ ਹੈ। ਸਰੀਰ ਰੂਪੀ ਘਰ ਵੀ ਆਤਮਾ ਦੇ ਰਹਿਣ ਵਾਲਾ, ਇਸ ਘਰ ਨੂੰ ਵੀ ਇਹਨੇ ਛੱਡ ਕੇ ਇੱਕ ਦਿਨ ਜਾਣਾ ਹੈ। ਜਿਵੇਂ ਅਲਾਹਣੀਆਂ ਦੀ ਬਾਣੀ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਨੂੰ ਸਮਝਾਉਂਦਿਆਂ ਹੋਇਆਂ ਬਖਸ਼ਿਸ਼ ਕਰਦੇ ਆ, ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਹਿਆਣਾ। ਇੱਥੇ ਧੰਦਾ ਕੂੜਾ ਚਾਰ ਦਿਆ, ਆਗੇ ਸਰ ਪਰ ਜਾਣਾ। ਆਗੇ ਸਰ ਪਰ ਜਾਣਾ, ਜਿਉ ਮਹਿਮਾਨਾ ਕਾਹੇ ਗਰਬ ਕੀਜੈ। ਜਿਤ ਸੇਵਿਆ ਦਰਗਹਿ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੇ ਹੁਕਮ ਨਾ ਚੱਲੇ, ਮੂਲੇ ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰਿਓ ਮੇਰੇ ਭਾਈ ਹੋ, ਸਭਨਾ ਇਹੋ ਪਹਿਆਣਾ। ਮਹਾਰਾਜ ਕਹਿੰਦੇ ਮੇਰੇ ਭਰਾਓ, ਮਾਲਕ ਦਾ ਸਿਮਰਨ ਕਰੋ, ਇੱਥੋਂ ਸਾਰਿਆਂ ਨੇ ਕੂਚ ਕਰਨਾ। ਇਹ ਸਰੀਰ ਦੇ ਨਾਲੋਂ ਵੀ ਕਾਇਆ ਦਾ ਵਿਛੋੜਾ ਪੈਣਾ ਹੈ। ਕਾਇਆ ਹੰਸ ਥੀਆ ਵਿਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਦੋਂ ਦਿਨ ਪੂਰੇ ਹੋ ਗਏ ਤੇ ਸਰੀਰ ਰੂਪੀ ਘਰ ਵੀ ਰੂਹ ਨੇ ਛੱਡ ਕੇ ਅੱਗੇ ਚਲੇ ਜਾਣਾ। ਆ ਬਾਕੀ ਜਿਸ ਘਰ ਦੇ ਵਿੱਚ ਪਰਿਵਾਰ ਸਮੇਤ ਰਹਿੰਦੇ, ਇਹ ਘਰ ਤਾਂ ਛੱਡਣਾ ਹੀ ਛੱਡਣਾ ਹੈ। ਇਹ ਕਾਇਆ ਰੂਪੀ ਘਰ ਵੀ ਛੱਡ ਕੇ ਜਾਣਾ ਪੈਣਾ। ਜਿਵੇਂ ਆਸਾ ਕੀ ਵਾਰ ਦੇ ਵਿੱਚ ਮਹਾਰਾਜ ਸਾਹਿਬ ਜੀ ਰੋਜ਼ ਕਿਰਪਾ ਕਰਦੇ, ਸਮਝਾਉਂਦੇ ਆ। ਗੁਰੂ ਘਰ ਦੇ ਕੀਰਤਨੀਆਂ ਦੇ ਰਾਹੀਂ ਆਪਣਾ ਬਚਨ ਸਾਨੂੰ ਸਰਵਣ ਕਰਾਉਂਦੇ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹੇ ਭੀੜੈ ਅੱਗੇ ਜਾਵਣਾ। ਮਹਾਰਾਜ ਕਹਿੰਦੇ ਕਾਇਆ ਵੀ ਇੱਥੇ ਰਹਿ ਜਾਣੀ, ਇਹ ਸਰੀਰ ਵੀ, ਇਹਦੇ ਉੱਤੇ ਜਿਹੜੇ ਪਹਿਨਣ ਵਾਲੇ ਕੱਪੜੇ ਉਹ ਵੀ ਇੱਥੇ ਛੱਡ ਜਾਣੇ। ਰੂਪ ਸੁਹਾਵਣਾ, ਜਿਹਦੇ ਤੇ ਬੜਾ ਮਾਣ ਕਰਦਾ ਹੰਕਾਰ ਵਿੱਚ ਹੈ ਕਿ ਮੈਨੂੰ ਰੂਪ ਬੜਾ ਸੋਹਣਾ ਪ੍ਰਾਪਤ ਹੋਇਆ ਹੈ, ਇਹ ਕਾਇਆ ਹੀ ਇੱਥੇ ਛੱਡ ਜਾਣੀ। ਰੂਪ ਕਿੱਥੇ ਨਾਲ ਜਾਵੇਗਾ? ਰੂਪ ਵੀ ਇੱਥੇ ਛੱਡ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਇੱਥੇ ਛੱਡ ਕੇ ਤੇ ਆਪ ਅੱਗੇ ਜਾਣਾ। ਫਿਰ ਨਾਲ ਕੀ ਜਾਣਾ? ਮਹਾਰਾਜ ਕਹਿੰਦੇ ਜੋ ਕਾਇਆ ਦੇ ਵਿੱਚ ਰਹਿੰਦੇ ਆ ਮੰਦੇ ਚੰਗੇ ਕਰਮ ਕੀਤੇ, ਉਹ ਨਾਲ ਜਾਣਗੇ। ਉਹਦਾ ਫਲ ਆਪ ਨੂੰ ਪਾਉਣਾ ਪਵੇਗਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਫਿਰ ਗਰੀਬ ਨਵਾਜ ਕਹਿੰਦੇ ਇੱਥੇ ਨੇ ਹੁਕਮ ਬੜੇ ਕੀਤੇ।
ਜਿੱਥੋਂ ਤੀਕ ਬੰਦੇ ਦਾ ਜ਼ੋਰ ਚੱਲਦਾ ਆਪਣਾ ਹੁਕਮ ਚਲਾਉਂਦਾ ਹੀ ਆ ਨਾ। ਕਹਿੰਦਾ ਵੀ ਮੌਕਾ ਮਿਲਿਆ ਹੁਣ ਵੀ ਆਪਦੀ ਮਰਜ਼ੀ ਕਰੀਏ, ਆਪਦਾ ਹੁਕਮ ਚਲਾਈਏ। ਨੌਕਰਾਂ ਚਾਕਰਾਂ ਦੇ ਉੱਤੇ ਜੋ ਆਪਣੇ ਤੋਂ ਥੱਲੇ ਆ ਉਹਨਾਂ ਤੇ ਆਪਣਾ ਹੁਕਮ ਚਲਾਈਏ। ਪਰ ਸਤਿਗੁਰੂ ਕਹਿੰਦੇ ਵੀ ਤੂੰ ਇੱਥੇ ਹੁਕਮ ਚਲਾ ਸਕਦਾ, ਉੱਥੇ ਨਹੀਂ, ਉਹ ਤੇਰੀ ਮਰਜ਼ੀ ਚੱਲਣੀ, ਉੱਥੇ ਨਹੀਂ ਹੁਕਮ ਚੱਲਣਾ। ਹੁਕਮ ਕੀਏ ਮਨ ਭਾਵਦੇ, ਰਾਹੇ ਭੀੜਾ ਅੱਗੇ ਜਾਵਣਾ। ਅੱਗੇ ਭੀੜੇ ਰਾਹ ਥਾਣੀ ਜਾਣਾ ਪੈਣਾ, ਉੱਥੇ ਰਾਹ ਵੀ ਖੁੱਲਾ ਨਹੀਂ ਮਿਲਣਾ ਤੈਨੂੰ, ਵੱਡੀ ਸੜਕ ਨਹੀਂ ਮਿਲਣੀ, ਭੀੜੇ ਰਾਹ ਥਾਣੀ ਜਾਣਾ ਪੈਣਾ, ਭੀੜੀਆਂ ਗਲੀਆਂ ਥਾਣੀ ਲੰਘਣਾ ਪੈਣਾ। ਜਿੱਥੇ ਅਵ ਘਟ ਗਲੀਆਂ ਭੀੜੀਆਂ ਉਧਰ ਦੀ ਜਾਣਾ ਪੈਣਾ। ਰਾਹੇ ਭੀੜਾ ਅੱਗੇ ਜਾਵਣਾ। ਨੰਗਾ ਦੋਜਕ ਚਾਲਿਆ, ਉੱਥੇ ਨਗਨ ਹੋਇਆ ਨਰਕਾਂ ਨੂੰ ਤੋਰ ਦਿੱਤਾ ਜਾਂਦਾ। ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਔਗਣ ਕਰਕੇ ਪਛਤਾਉਣਾ ਪੈਂਦਾ। ਇਹ ਸਰੀਰ ਰੂਪੀ ਘਰ ਵੀ ਮਹਾਰਾਜ ਕਹਿੰਦੇ ਛੱਡ ਕੇ ਜਾਣਾ ਭਾਈ। ਇਸ ਕਰਕੇ ਹੈ ਸਿੱਧੋ, ਜਦੋਂ ਇਹ ਗੁਰੂ ਕੇ ਉਪਦੇਸ਼ ਦੁਆਰਾ ਸਹਿਜ ਅਵਸਥਾ ਵਿੱਚ ਟਿਕਦਾ, ਸ਼ਾਂਤੀ ਰੂਪੀ ਗੁਫਾ ਦੇ ਵਿੱਚ ਟਿਕਦਾ ਹੈ ਨਾ, ਫਿਰ ਇਹ ਆਪਣੇ ਅਸਲ ਘਰ ਨੂੰ, ਸੱਚਖੰਡ ਰੂਪੀ ਘਰ ਨੂੰ, ਸੱਚੇ ਘਰ ਨੂੰ ਜਾਣ ਲੈਂਦਾ ਹੈ। ਨਾਨਕ ਸਾਚੇ ਭਾਵੈ ਸਾਚਾ। ਤੇ ਫਿਰ ਜਿਸ ਵੇਲੇ ਇਹ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਨਾ, ਤੇ ਉਸ ਸੱਚੇ ਨੂੰ ਭਾ ਜਾਂਦਾ ਹੈ। ਜਦੋਂ ਸੱਚੇ ਦੇ ਨਾਲ ਭਾਵਨਾ ਕਰਦਾ ਹੈ, ਸੱਚੇ ਦੇ ਭਾਣੇ ਵਿੱਚ ਤੁਰਦਾ ਹੈ, ਸੱਚੇ ਦੀ ਆਗਿਆ ਦੇ ਵਿੱਚ ਚੱਲਦਾ ਹੈ, ਫਿਰ ਉਸ ਸੱਚੇ ਨੂੰ ਇਹ ਭਾ ਜਾਂਦਾ ਹੈ। ਫਿਰ ਇਸ ਨੂੰ ਉਸ ਸੱਚ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜੋ ਵਾਹਿਗੁਰੂ ਪਰਮੇਸ਼ਰ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਐਸਾ ਜੋ ਸੱਚਾ ਹੈ, ਉਸ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਸੱਚੇ ਨੂੰ ਇਹ ਚੰਗਾ ਲੱਗਣ ਲੱਗ ਪੈਂਦਾ ਹੈ। ਇਸ ਕਾਰਨ ਗ੍ਰਹਿ ਤਜਿਓ ਉਦਾਸੀ। 17ਵੀਂ ਪੌੜੀ ਦੇ ਵਿੱਚ ਸਿੱਧ ਹੋਰ ਸਵਾਲ ਕਰਦੇ ਆ ਜਗਤ ਗੁਰੂ ਜੀ ਨੂੰ। ਕਹਿੰਦੇ ਆ, ਕਿਸ ਕਾਰਨ ਗ੍ਰਹਿਓ ਤਜਿਓ ਉਦਾਸੀ। ਕਿਸ ਕਾਰਨ ਨੂੰ ਲੈ ਕਰਕੇ ਤੁਸੀਂ ਘਰ ਛੱਡਿਆ, ਤੇ ਘਰ ਛੱਡ ਕੇ ਤੁਸੀਂ ਉਦਾਸੀ ਕਿਉਂ ਧਾਰਨ ਕੀਤੀ ਹੈ, ਉਪਰਾਮਤਾ ਕਿਉਂ ਗ੍ਰਹਿਣ ਕੀਤੀ ਹੈ, ਤੁਸੀਂ ਇਹ ਉਦਾਸੀ ਭੇਖ ਕਿਉਂ ਧਾਰਨ ਕੀਤਾ ਹੈ, ਕੀ ਕਾਰਨ ਹੈ, ਕਿਉਂ ਤੁਸੀਂ ਆਪਣਾ ਘਰ ਛੱਡਿਆ ਹੈ। ਇਸ ਕਾਰਨ ਇਹੋ ਭੇਖ ਨਿਵਾਸੀ। ਤੇ ਜੋ ਤੁਸੀਂ ਇਹ ਭੇਖ ਦੇ ਵਿੱਚ ਨਿਵਾਸ ਕੀਤਾ ਹੈ, ਕੀ ਕਾਰਨ ਹੈ, ਕਿਸ ਕਾਰਨ ਵਾਸਤੇ ਤੁਸੀਂ ਇਹ ਗੁਰਮੁਖਤਾਈ ਦਾ ਨਿਵਾਸ ਧਾਰਨ ਕੀਤਾ, ਇਹ ਭੇਖ ਦੇ ਵਿੱਚ ਤੁਸੀਂ ਨਿਵਾਸ ਲਿਆ। ਮਹਾਰਾਜ ਸਾਹਿਬ ਜੀ 2 ਗਜ ਦਾ ਦਸਤਾਰਾ ਆਪਣੇ ਸੀਸ ਤੇ ਸਜਾਇਆ ਕਰਦੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੁੰਜ ਸਤਿਗੁਰੂ ਜੀ ਨੇ ਸਮੇਂ ਦੇ ਨਾਲ ਵੱਖਰਾ ਵੱਖਰਾ ਸਾਧ ਸੰਗਤ ਜੀ ਲਿਬਾਸ ਆਪਣੇ ਪਵਿੱਤਰ ਤਨ ਤੇ ਧਾਰਨ ਕੀਤਾ। ਪਰ ਜਿਸ ਵੇਲੇ ਸਿੱਧਾਂ ਦੇ ਪਾਸ ਆਪ ਜੀ ਪਹੁੰਚੇ ਨਾ, ਇੱਕ ਚਾਦਰੇ ਦੀ ਗਾਤੀ ਲਾਈ ਹੈ ਮਹਾਰਾਜ ਸਾਹਿਬ ਜੀ ਨੇ, ਇੱਕ ਚਾਦਰੇ ਦੀ ਬੁੱਕਲ ਮਾਰੀ ਹੈ, ਤੇ 2 ਗਜ ਦਾ ਦਸਤਾਰਾ ਮਹਾਰਾਜ ਸਾਹਿਬ ਜੀ ਨੇ ਆਪਣੇ ਸੀਸ ਤੇ ਸਜਾਇਆ ਹੋਇਆ, ਤੇ ਸਾਬਤ ਸੂਰਤ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦਾ ਐਸਾ ਸਾਧ ਸੰਗਤ ਜੀ, ਇਹ ਪਵਿੱਤਰ ਉਪਦੇਸ਼ ਹੈ ਸਾਰਿਆਂ ਵਾਸਤੇ। ਸਾਬਤ ਸੂਰਤ, ਦਸਤਾਰ ਸਿਰਾ, ਸੋਹਣੇ ਕੇਸ ਹਨ ਮਹਾਰਾਜ ਸਾਹਿਬ ਜੀ ਦੇ, ਤੇ ਐਸਾ ਇਹ ਗੁਰਮੁਖੀ ਲਿਬਾਸ ਹੈ ਮਹਾਰਾਜ ਸਾਹਿਬ ਜੀ ਦਾ। ਐਸੇ ਪਹਿਰਾਵੇ ਨੂੰ ਵੇਖ ਕਰਕੇ ਸਿੱਧ ਕਹਿੰਦੇ ਆ ਵੀ ਕੀ ਕਾਰਨ ਹੈ, ਕਿਸ ਕਾਰਨ ਵਾਸਤੇ ਇਹ ਜਿਹੜਾ ਤੁਸੀਂ ਭੇਖ ਧਾਰਨ ਕੀਤਾ, ਇਸ ਭੇਖ ਦੇ ਵਿੱਚ ਨਿਵਾਸ ਕੀਤਾ ਹੈ ਤੇ ਘਰ ਛੱਡਿਆ ਹੈ, ਤੁਸੀਂ ਉਦਾਸੀ ਕਿਉਂ ਬਣੇ ਹੋ। ਇਸ ਵਖਰ ਕੇ ਤੁਮ ਵਣਜਾਰੇ। ਵਖਰ ਨਾਮ ਹੈ ਸੌਦੇ ਦਾ। ਕਿਹੜੇ ਲਾਭਦਾਇਕ ਸੌਦੇ ਦੇ ਤੁਸੀਂ ਵਣਜਾਰੇ ਹੋ, ਵਪਾਰੀ ਹੋ। ਕਿਸ ਲਾਭਦਾਇਕ ਵਸਤੂ ਨੂੰ ਤੁਸੀਂ ਖਰੀਦਣ ਵਾਸਤੇ ਵਿਚਰ ਰਹੇ ਹੋ। ਕਿਉ ਕਰ ਸਾਥ ਲੰਘਾਵ ਪਾਰੇ। ਤੇ ਕਿਵੇਂ ਕਰਕੇ ਆਪਣੇ ਸਾਥੀਆਂ ਨੂੰ ਤੁਸੀਂ ਸੰਸਾਰ ਸਮੁੰਦਰ ਤੋਂ, ਦੁੱਤਰ ਸਾਗਰ ਤੋਂ ਪਾਰ ਲੰਘਾਓਗੇ। ਇਸ ਸੰਸਾਰ ਸਮੁੰਦਰ ਤੋਂ
ਤੁਸੀਂ ਆਪਣੇ ਸਾਥੀਆਂ ਨੂੰ, ਸੇਵਕਾਂ ਨੂੰ, ਦਾਸਾਂ ਨੂੰ, ਆਪਣੀ ਸੰਗਤ ਨੂੰ ਕਿਵੇਂ ਪਾਰ ਕਰੋਗੇ? ਗੁਰਮੁਖ ਖੋਜਤ ਭਏ ਉਦਾਸੀ। ਇਹ 17ਵੀਂ ਪੌੜੀ ਦੇ ਵਿੱਚ ਸਿੱਧਾ ਨੇ ਗੁਰੂ ਸਾਹਿਬ ਜੀ ਨੂੰ ਇਹ ਸਵਾਲ ਕੀਤੇ ਆ। ਹੁਣ 18ਵੀਂ ਪੌੜੀ ਵਿੱਚ ਮਹਾਰਾਜ ਸਾਹਿਬ ਜੀ ਇਹਨਾਂ ਦੇ ਉੱਤਰ ਦੇ ਰਹੇ ਆ। ਕਹਿੰਦੇ ਹੈ ਸਿੱਧੋ, ਗੁਰਮੁਖ ਖੋਜਤ ਭਏ ਉਦਾਸੀ। ਜੋ ਮੁਖੀ ਗੁਰੂ ਹੈ ਨਾ, ਉਹ ਪਰਮੇਸ਼ਰ ਵਾਹਿਗੁਰੂ ਚੇਤਨ ਸਰੂਪ ਤੇ ਮੁੱਖ ਸਾਰਿਆਂ ਦਾ ਅਧਿਸ਼ਟਾਨ ਰੂਪ, ਆਸਰਾ ਰੂਪ, ਉਸ ਮੁਖੀ ਗੁਰੂ ਨੇ ਖੋਜਣ ਵਾਸਤੇ ਅਸੀਂ ਉਦਾਸੀ ਹੋਏ। ਪਰਮੇਸ਼ਰ ਵਾਹਿਗੁਰੂ ਜੀ ਦੀ ਖੋਜ ਵਾਸਤੇ ਅਸੀਂ ਉਦਾਸੀ ਹੋਏ ਹਾਂ। ਇਹ ਉਪਰਾਮਤਾ ਧਾਰਨ ਕੀਤੀ ਹੈ। ਪਹਿਲਾ ਅਰਥ ਮਹਾਂਪੁਰਖਾਂ ਨੇ ਇਹ ਕੀਤਾ ਹੈ। ਦੂਸਰਾ ਕੀਤਾ ਜੋ ਉਹਦੇ ਪਿਆਰੇ ਹਨ ਗੁਰਮੁਖ, ਨਾਮ ਜਪਣ ਵਾਲੇ, ਸਿਮਰਨ ਭਜਨ ਕਰਨ ਵਾਲੇ, ਬੰਦਗੀ ਕਰਨ ਵਾਲੇ, ਨਾਮਦਾਨ ਇਸ਼ਨਾਨ ਦੇ ਧਾਰਨੀ, ਗੁਰਮੁਖ ਨਾਮਦਾਨ ਇਸ਼ਨਾਨ, ਐਸੇ ਗੁਰਮੁਖਾਂ ਨੂੰ ਖੋਜਦੇ ਹੋਏ, ਲੱਭਦੇ ਹੋਏ ਅਸੀਂ ਉਦਾਸੀ ਧਾਰਨ ਕੀਤੀ ਹੈ। ਇਹ ਉਪਰਾਮਤਾ ਧਾਰਨ ਕੀਤੀ ਹੈ, ਉਦਾਸੀ ਭੇਖ ਧਾਰਨ ਕੀਤਾ ਹੈ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ। ਮਹਾਰਾਜ ਕਹਿੰਦੇ ਅਸੀਂ ਗੁਰਮੁਖਾਂ ਨੂੰ ਖੋਜਣ ਵਾਸਤੇ, ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਉਦਾਸੀ ਬਣੇ ਹਾਂ ਤੇ ਲੱਭ ਰਹੇ ਹਾਂ ਵੀ ਕੋਈ ਗੁਰਮੁਖ ਪ੍ਰਭੂ ਦਾ ਪਿਆਰਾ ਮਿਲ ਜਾਵੇ, ਉਹਦੇ ਦਰਸ਼ਨ ਕਰੀਏ। ਅਸੀਂ ਤਾਂ ਸਦਕੇ ਜਾਂਦੇ ਹਾਂ ਨਾਮ ਜਪਣ ਵਾਲਿਆਂ ਤੋਂ, ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ ਬੰਦਗੀ ਕਰਨ ਵਾਲਿਆਂ ਤੋਂ। ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ, ਹਉ ਕੁਰਬਾਨੈ ਜਾਓ ਮਿਹਰਬਾਨਾ, ਹਉ ਕੁਰਬਾਨੈ ਜਾਓ। ਹਉ ਕੁਰਬਾਨੈ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ, ਹਉ ਕੁਰਬਾਨੈ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ, ਹਉ ਕੁਰਬਾਨੈ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ, ਹਉ ਕੁਰਬਾਨੈ ਜਾਓ ਤਿਨਾ ਕੈ ਲੈਨ ਜੋ ਤੇਰਾ ਨਾਉ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ, ਲੈਨ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨੈ ਜਾਓ। ਮਹਾਰਾਜ ਕਹਿੰਦੇ ਵੀ ਪ੍ਰਭੂ ਦਾ ਨਾਮ ਜਪਣ ਵਾਲੇ ਗੁਰਮੁਖਾਂ ਦੀ ਭਾਲ ਕਰਦੇ ਫਿਰਦੇ, ਇਸ ਕਰਕੇ ਸਿੱਧੋ ਉਦਾਸੀ ਹੋਏ। ਗੁਰਮੁਖਾਂ ਦੇ ਦਰਸ਼ਨਾਂ ਵਾਸਤੇ ਅਸੀਂ ਉਦਾਸੀ ਧਾਰਨ ਕੀਤੀ। ਗੁਰਮੁਖ ਖੋਜਤ ਭਏ ਉਦਾਸੀ, ਗੁਰਮੁਖਾਂ ਨੂੰ ਖੋਜਦੇ ਹੋਇਆ ਅਸੀਂ ਉਦਾਸੀ ਹੋਏ ਹਾਂ। ਦਰਸ਼ਨ ਕੈ ਤਾਈ ਭੇਖ ਨਿਵਾਸੀ, ਤੇ ਗੁਰਮੁਖਾਂ ਦੇ, ਪ੍ਰਭੂ ਦੇ ਪਿਆਰਿਆਂ ਦੇ ਦਰਸ਼ਨਾਂ ਦੇ ਵਾਸਤੇ, ਦਰਸ਼ਨ ਕਰਨ ਵਾਸਤੇ ਭੇਖ ਨਿਵਾਸੀ, ਇਸ ਭੇਖ ਦੇ ਵਿੱਚ, ਇਸ ਲਿਬਾਸ ਦੇ ਵਿੱਚ ਅਸੀਂ ਨਿਵਾਸ ਕੀਤਾ ਹੈ। ਸਾਚ ਵਖਰ ਕੇ ਹਮ ਵਣਜਾਰੇ, ਤੇ ਤੁਸੀਂ ਆਖਿਆ ਹੈ ਵੀ ਕਿਹੜੇ ਵਖਰ ਦੇ ਵਣਜਾਰੇ ਹੋ? ਸਿੱਧੋ ਅਸੀਂ ਪਰਮੇਸ਼ਰ ਦੇ ਸੱਚੇ ਨਾਮ ਰੂਪੀ ਸੌਦੇ ਦੇ ਵਪਾਰੀ ਹਾਂ, ਨਾਮ ਰੂਪੀ ਸੌਦੇ ਦੇ ਵਣਜਾਰੇ ਹਾਂ। ਨਾਮ ਰੂਪੀ ਲਾਭਦਾਇਕ ਸੌਦੇ ਨੂੰ ਅਸੀਂ ਪ੍ਰਾਪਤ ਕਰਨ ਵਾਲੇ ਵਣਜਾਰੇ ਹਾਂ। ਅਸੀਂ ਨਾਮ ਨੂੰ ਖਰੀਦਣ ਵਾਸਤੇ ਆਏ ਹਾਂ, ਨਾਮ ਨੂੰ ਪ੍ਰਾਪਤ ਕਰਨ ਵਾਸਤੇ ਆਏ। ਦੁਨੀਆ ਦੇ ਵਿੱਚ ਬਹੁਤ ਕੁਝ ਸਾਧ ਸੰਗਤ ਜੀ ਖਰੀਦਿਆ ਜਾਂਦਾ ਹੈ, ਬਹੁਤ ਕੁਝ ਵੇਚਿਆ ਜਾਂਦਾ ਹੈ। ਦੁਨੀਆ ਵਪਾਰ ਕਰਦੀ ਹੈ। ਵਪਾਰੀ
ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਵਪਾਰੀ ਹਨ ਸੰਸਾਰ ਦੇ ਵਿੱਚ। ਪਿੰਡਾਂ ਤੋਂ ਲੈ ਕਰਕੇ ਸ਼ਹਿਰਾਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਪਾਰ ਕਰਦੀ ਹੈ ਦੁਨੀਆ। ਕੋਈ ਆਪਣੇ ਪਿੰਡ 'ਚ ਵਪਾਰ ਕਰਦਾ ਮੱਝਾਂ ਗਾਵਾਂ ਦਾ, ਕੋਈ ਫਸਲਾਂ ਦਾ ਵਪਾਰ ਕਰਦਾ, ਇੱਧਰੋਂ ਖਰੀਦਦਾ, ਉਸ ਪਾਸੇ ਜਾ ਕੇ ਵੇਚਦਾ। ਕੋਈ ਲੋਹੇ ਦਾ, ਕੋਈ ਤਾਂਬੇ ਦਾ, ਕੋਈ ਲੱਕੜ ਦਾ ਵਪਾਰੀ, ਕੋਈ ਸਬਜ਼ੀਆਂ ਦੇ ਵੀ ਵਪਾਰੀ। ਖੇਤਾਂ 'ਚੋਂ ਖਰੀਦ ਲੈਣੀਆਂ ਵਾ ਸਬਜ਼ੀਆਂ ਤੇ ਸ਼ਹਿਰ ਜਾ ਕੇ ਵੇਚ ਦੇਣੀਆਂ, ਉਹ ਵੀ ਵਪਾਰੀ ਹੈ। ਤੇ ਕੋਈ ਇਸੇ ਤਰ੍ਹਾਂ ਸੋਨੇ ਦੇ ਵਪਾਰੀ ਹੈ, ਕੋਈ ਹੀਰਿਆਂ ਦੇ ਵਪਾਰੀ, ਕੋਈ ਲੌਂਗ ਲਾਚੀਆਂ ਦੇ ਵਪਾਰੀ ਵੀ ਆ। ਸੰਸਾਰ ਦੇ ਵਿੱਚ ਜਿੰਨੇ ਪਦਾਰਥ ਆ ਸਾਰਿਆਂ ਦਾ ਵਪਾਰ ਹੁੰਦਾ, ਖਰੀਦ ਹੁੰਦੀ ਹੈ ਤੇ ਉਹਨੂੰ ਵੇਚਿਆ ਵੀ ਜਾਂਦਾ ਹੈ। ਤੇ ਵੱਡੇ ਤੋਂ ਵੱਡੇ ਵਪਾਰੀ ਵੀ ਆ ਜਿਹੜੇ ਹਵਾਈ ਜਹਾਜ਼ਾਂ ਦੇ ਰਾਹੀਂ ਵਪਾਰ ਵੀ ਕਰਦੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ। ਪਰ ਸਾਰਾ ਵਪਾਰ ਛੋਟਾ ਹੈ, ਨਾਮ ਦੇ ਵਪਾਰ ਦੇ ਬਰਾਬਰ। ਮਹਾਰਾਜ ਸਾਹਿਬ ਨੇ ਬਾਣੀ ਚ ਆਖਿਆ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਕਿਸੇ ਨੇ ਕਾਂਸੀ ਦਾ ਵਪਾਰ ਕੀਤਾ, ਕਿਸੇ ਨੇ ਤਾਂਬੇ ਦਾ ਵਪਾਰ ਕੀਤਾ, ਕਿਸੇ ਨੇ ਲੌਂਗਾਂ ਦਾ ਵਪਾਰ ਕੀਤਾ, ਕਿਸੇ ਨੇ ਲਾਚੀਆਂ ਦਾ, ਸੁਪਾਰੀਆਂ ਦਾ ਵਪਾਰ ਕੀਤਾ। ਪਰ ਰੱਬ ਦੇ ਪਿਆਰਿਆਂ ਨੇ, ਸੰਤਾਂ ਨੇ ਕਿਹੜਾ ਵਪਾਰ ਕੀਤਾ ਭਾਈ? ਤਾਂ ਮਹਾਰਾਜ ਕਹਿੰਦੇ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਗੁਰਮੁਖਾਂ ਨੇ, ਪ੍ਰਭੂ ਦੇ ਪਿਆਰਿਆਂ ਸੰਤ ਜਨਾਂ ਨੇ ਨਾਮ ਦਾ ਵਪਾਰ ਕੀਤਾ। ਪਰ ਨਾਲ ਹੀ ਮਹਾਰਾਜ ਨੇ ਕਹਿ ਦਿੱਤਾ ਵੀ ਇਹੋ ਜਿਹੇ ਵਪਾਰੀ ਵਿਰਲੇ ਵਿਰਲੇ ਆ। ਮੱਝਾਂ ਗਾਵਾਂ ਦੇ ਵਪਾਰੀ ਬਹੁਤੇ ਮਿਲ ਜਾਣਗੇ, ਲੌਂਗ ਲਾਚੀਆਂ ਦੇ ਵਪਾਰੀ ਬਹੁਤੇ ਮਿਲ ਜਾਣਗੇ, ਲੋਹੇ ਤਾਂਬੇ ਦੇ ਵਪਾਰੀ ਬਹੁਤੇ ਮਿਲ ਜਾਣਗੇ, ਪਰ ਨਾਮ ਦੇ ਵਪਾਰੀ, ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਜਿਹੜੇ ਸੰਸਾਰ ਤੋਂ ਉੱਪਰ ਉੱਠੇ ਹੋਏ ਆ, ਜਿਨ੍ਹਾਂ ਦੀ ਸੰਸਾਰੀ ਛੁੱਟ ਗਈ ਆ, ਰਹਿੰਦੇ ਤਾਂ ਸੰਸਾਰ ਦੇ ਵਿੱਚ ਹੀ ਆ, ਪਰ ਕਮਲ ਫੁੱਲ ਦੀ ਤਰ੍ਹਾਂ, ਮੁਰਗਾਈ ਦੀ ਤਰ੍ਹਾਂ ਨਿਰਲੇਪ ਰਹਿੰਦੇ ਆ। ਐਸੇ ਜਿਹੜੇ ਵਪਾਰੀ ਆ, ਮਹਾਰਾਜ ਕਹਿੰਦੇ ਉਹ ਵਿਰਲੇ ਵਿਰਲੇ ਆ। ਇਹੋ ਵਪਾਰ ਵਿਰਲਾ ਵਪਾਰੈ, ਨਾਨਕ ਤਾਕੈ ਸਦ ਬਲਿਹਾਰੈ। ਐਸੇ ਜਿਹੜੇ ਵਪਾਰੀ ਆ, ਨਾਮ ਦੇ ਵਪਾਰੀ, ਉਹ ਵਿਰਲੇ ਆ। ਤੇ ਜਿਹੜਾ ਵਪਾਰ ਕਰਦੇ ਆ, ਆਪਣਾ ਮਨ ਵੇਚਦੇ ਆ ਗੁਰੂ ਸਾਹਿਬ ਦੇ ਪਾਸ, ਮਨ ਨੂੰ ਵੇਚ ਕੇ ਨਾਮ ਲੈਂਦੇ ਆ। ਮਨ ਵੇਚੈ ਸਤਿਗੁਰ ਕੈ ਪਾਸ, ਮਨ ਦੀ ਮਰਜ਼ੀ ਛੱਡ ਦੇ, ਮਨ ਦੀ ਮੱਤ ਛੱਡ ਦੇ, ਮਨ ਦੇ ਖਿਆਲ ਛੱਡ ਦਿੰਦੇ ਆ। ਹੁਣ ਮਨ ਦੀ ਮਰਜ਼ੀ ਨਹੀਂ ਕਰਨੀ, ਹੁਣ ਗੁਰੂ ਕੀ ਮਰਜ਼ੀ ਅਨੁਸਾਰ ਚੱਲਣਾ। ਜਿਵੇਂ ਮੇਰੇ ਸਤਿਗੁਰੂ ਜੀ ਕਹਿੰਦੇ ਆ, ਉਸੇ ਤਰ੍ਹਾਂ ਹੀ ਖਾਣਾ ਪੀਣਾ, ਪਹਿਨਣਾ ਹੈ, ਉੱਠਣਾ ਬੈਠਣਾ ਹੈ, ਸਭ ਕੁਝ, ਸਾਰੀ ਮਰਿਆਦਾ ਉਸੇ ਤਰ੍ਹਾਂ ਕਰਨੀ ਜਿਵੇਂ ਮੇਰੇ ਸਤਿਗੁਰਾਂ ਦਾ ਹੁਕਮ ਹੈ। ਉਹ ਆਪਣਾ ਮਨ ਵੇਚ ਦਿੱਤਾ ਉਹਨਾਂ ਨੇ ਸਤਿਗੁਰਾਂ ਨੂੰ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਸ ਸੇਵਕ ਦੇ ਫਿਰ ਕਾਰਜ ਰਾਸ ਹੋ ਜਾਂਦੇ। ਕਾਰਜ ਸਭ ਤੋਂ ਵੱਡਾ ਕਿਹੜਾ ਜੀ? ਕਿਹੜੇ ਕਾਰਜ ਰਾਸ ਹੋ ਜਾਂਦੇ? ਮਹਾਰਾਜ ਕਹਿੰਦੇ ਕਾਰਜ ਸਭ ਤੋਂ ਵੱਡਾ ਵਾ ਮਨੁੱਖਾ ਜਨਮ ਦਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰਮਾਤਮਾ ਨਾਲ ਮਿਲਣ ਦਾ ਕਾਰਜ ਰਾਸ ਹੋ ਜਾਂਦਾ ਉਹਨਾਂ ਦਾ। ਬਾਕੀ ਕੰਮਾਂ ਨੂੰ ਤੇ ਮਹਾਰਾਜ ਕੰਮ ਹੀ ਨਹੀਂ ਕਹਿੰਦੇ, ਜਿਨ੍ਹਾਂ ਨੂੰ ਅਸੀਂ ਕਾਰਜ ਕਹਿੰਦੇ ਆ। ਗੁਰੂ ਸਾਹਿਬ ਕਹਿੰਦੇ ਕਿਸੇ ਕੰਮ ਆਉਣ ਵਾਲੇ ਕੰਮ ਨਹੀਂ, ਇਹ ਸਿਰਫ ਖਾਣ ਪੀਣ ਦੇ ਹੀ ਆ ਕੰਮ, ਇਹ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਕੰਮ ਤਾਂ ਨਹੀਂ। ਸਤਿਗੁਰੂ ਨੇ ਇਸੇ ਹੀ ਸ਼ਬਦ ਵਿੱਚ ਕਹਿ ਦਿੱਤਾ ਅੱਗੇ ਜਾ ਕੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਅਵਰ ਕਾਜ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ ਕੇ ਤੇ ਕੇਵਲ ਨਾਮ ਦਾ ਭਜਨ ਕਰ, ਇਹ ਕੰਮ ਤੇਰੇ ਕੰਮ ਆਉਣ ਵਾਲਾ ਵਾ। ਬਾਕੀ ਜਿਨ੍ਹਾਂ ਨੂੰ ਤੂੰ ਕੰਮ ਸਮਝਦਾ ਸਾਰੀ ਦਿਹਾੜੀ ਭੱਜਾ ਫਿਰਦਾ, ਮਹਾਰਾਜ ਕਹਿੰਦੇ ਉਹ ਤੇਰੇ ਰੂਹ ਦੇ ਕੰਮ ਆਉਣ ਵਾਲੇ ਨਹੀਂ, ਉਹ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਦੇ ਕੰਮ ਆਉਣ ਵਾਲੇ ਕੰਮ ਨਹੀਂ। ਅਵਰ ਕਾਜ, ਉਹ ਤਾਂ ਹੋਰ ਕਾਰਜ ਵਾ। ਤੇਰਾ ਕਿਤੇ ਨਾ ਕੰਮ, ਤੇਰੇ ਨਹੀਂ ਕਿਸੇ ਕੰਮ ਆਉਣੇ ਉਹ।
ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਅਸੀਂ ਸਿੱਧੋ ਵਪਾਰੀ ਹਾਂ, ਸੱਚੇ ਸੌਦੇ ਦੇ ਵਪਾਰੀ। ਸਾਚ ਵਖਰ ਕੇ ਹਮ ਵਣਜਾਰੇ, ਸੱਚੇ ਸੌਦੇ ਦੇ ਵਪਾਰੀ ਹਾਂ। ਸੌਦਾ ਦੁਨੀਆ ਬਹੁਤ ਖਰੀਦਦੀ ਆ, ਵੇਚਦੀ ਵੀ ਆ, ਪਰ ਸੱਚਾ ਸੌਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੀਤਾ। ਸੱਚਾ ਸੌਦਾ, ਖਰਾ ਸੌਦਾ। ਜਦੋਂ ਰਾਏ ਭੋਏ ਦੀ ਤਲਵੰਡੀ ਆਪ ਭਾਗ ਲਾ ਰਹੇ ਸਨ ਤਾਂ ਮਹਾਰਾਜ ਸਾਹਿਬ ਜੀ ਨੇ ਉਸ ਮੌਕੇ ਦੇ ਉੱਤੇ ਪਿਤਾ ਜੀ ਦੇ ਬਚਨਾਂ ਅਨੁਸਾਰ ਭਾਈ ਬਾਲਾ ਜੀ ਮਹਾਰਾਜ ਦੇ ਬਚਪਨ ਦੇ ਮਿੱਤਰ, ਨਾਲੇ ਸਿੱਖ ਆ ਗੁਰੂ ਸਾਹਿਬ ਜੀ ਦੇ, ਨਾਲੇ ਬਚਪਨ ਦੇ ਮਿੱਤਰ। ਪਿਤਾ ਮਹਿਤਾ ਕਲਿਆਣ ਚੰਦ ਜੀ ਨੇ 20 ਰੁਪਈਏ ਦਿੱਤੇ। 20 ਰਜਤਪਣ ਭਾਈ ਬਾਲਾ ਜੀ ਨੂੰ ਨਾਲ ਤੋਰਿਆ, ਉਹਨਾਂ ਦੇ ਹੱਥ ਵਿੱਚ ਹੀ 20 ਰੁਪਈਏ ਫੜਾਏ ਸੀ ਤੇ ਸਤਿਗੁਰੂ ਜੀ ਨੂੰ ਆਖਿਆ ਕਿ ਪੁੱਤਰ ਨਾਨਕ ਆ 20 ਰੁਪਈਏ ਲੈ ਜਾ, ਕੋਈ ਸੱਚਾ ਸੌਦਾ ਕਰਕੇ ਆ, ਕੋਈ ਖਰਾ ਸੌਦਾ ਕਰਕੇ ਆ। ਪਿਤਾ ਜੀ ਦੇ ਜੋ ਮਨਸਾ ਸੀ ਖਰਾ ਸੌਦਾ, ਉਹਨਾਂ ਨੇ ਆਪਣੇ ਮਨ ਵਿੱਚ ਜੋ ਵਿਚਾਰ ਕੀਤੀ, ਉਹਨਾਂ ਨੇ ਖਰਾ ਸੌਦਾ ਇਸ ਨੂੰ ਸਮਝਿਆ ਵੀ ਕੋਈ ਵਸਤੂ ਖਰੀਦ ਕੇ ਲਿਆ ਤੇ ਉਹਨੂੰ ਅੱਗੇ ਵੇਚ ਤੇ ਉਹਦੇ ਚੋਂ ਲਾਭ ਪ੍ਰਾਪਤ ਹੋਵੇ, ਇਹ ਹੀ ਖਰਾ ਸੌਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਹੁਣ ਖਰਾ ਸੌਦਾ ਹੋਰ ਤਰੀਕੇ ਨਾਲ ਸਮਝਿਆ। ਸੱਚਾ ਸੌਦਾ ਲੈ ਕੇ ਗਏ ਆ। ਰਸਤੇ ਦੇ ਵਿੱਚ ਜੰਗਲ ਦੇ ਵਿੱਚ ਸਾਧੂ ਤਪੱਸਿਆ ਕਰ ਰਹੇ ਆ, ਸੰਤਰੇਣ ਦੀ ਮੰਡਲੀ ਉਤਰੀ ਪਈ। ਕਹਿੰਦੇ ਭਾਈ ਬਾਲਿਆ, ਪਿਤਾ ਜੀ ਨੇ ਆਖਿਆ ਕੋਈ ਲਾਭ ਵਾਲਾ ਸੌਦਾ ਕਰੋ, ਖਰਾ ਸੌਦਾ, ਸੱਚਾ ਸੌਦਾ। ਤੇ ਇਹਦੇ ਨਾਲੋਂ ਵੱਡਾ ਕੋਈ ਸੱਚਾ ਸੌਦਾ ਹੀ ਨਹੀਂ ਹੈ। ਵੇਖੋ ਕਿੰਨੇ ਤਪਸਵੀ ਤਪੱਸਿਆ ਕਰ ਰਹੇ ਆ, ਇਹਨਾਂ ਨੂੰ ਆਪਾਂ ਪ੍ਰਸ਼ਾਦਾ ਪਾਣੀ ਛਕਾ ਦਈਏ, ਪੁੱਛੀਏ ਪਹਿਲਾਂ ਇਹਨਾਂ ਨੂੰ। ਭਾਈ ਬਾਲਾ ਜੀ ਚਲੇ ਗਏ। 15 ਕੁ ਸਾਲ ਦੀ ਉਮਰ ਸੀ, ਸਰੀਰ ਕਾਰ ਬੁਲਾਓ ਉਸ ਵੇਲੇ ਜਗਤ ਗੁਰੂ ਜੀ ਦੀ। ਮਹਾਰਾਜ ਸਾਹਿਬ ਜੀ ਗਏ ਤੇ ਸਾਧੂਆਂ ਤੋਂ ਜਿਸ ਵੇਲੇ ਜਾ ਕੇ ਪੁੱਛਿਆ ਤੇ ਉਹਨਾਂ ਨੇ ਆਖਿਆ ਜੀ ਉਹ ਸਾਡਾ ਮਹੰਤ ਬੈਠਾ, ਉਹਦੇ ਨਾਲ ਗੱਲ ਕਰ ਲਓ। ਸਾਰੇ ਸੰਤਾਂ ਦਾ ਮਹੰਤ, ਉਹ ਮਹੰਤ ਦਾ ਨਾਮ ਹੈ ਸੰਤਰੇਣ। ਜਾ ਨਮਸਕਾਰ ਕੀਤੀ। ਸੰਤ ਜੀ ਪ੍ਰਸ਼ਾਦਾ ਪਾਣੀ ਕਦੋਂ ਕਦਾ ਛਕਿਆ ਜੇ? ਕਹਿਣ ਲੱਗੇ ਜੀ 7 ਦਿਨ ਹੋ ਗਏ ਛਕੇ ਨੂੰ। 7 ਦਿਨ ਪਹਿਲਾਂ ਛਕਿਆ ਸੀ, 7 ਦਿਨ ਹੋ ਗਏ ਨਹੀਂ ਕੁਝ ਵੀ ਛਕਿਆ। ਸਾਰੇ ਸਾਧੂਆਂ ਨੇ ਕੁਝ ਨਹੀਂ ਛਕਿਆ। ਕਹਿਣ ਲੱਗੇ ਸੰਤ ਜੀ ਇੰਨੇ ਦਿਨ ਹੋ ਗਏ ਆ, ਕੁਝ ਛਕਿਆ ਹੀ ਨਹੀਂ ਆ, ਲਾਗੇ ਲਾਗੇ ਪਿੰਡ ਵਸਦੇ ਆ, ਕੋਈ ਲੈ ਆਉਂਦੇ ਮੰਗ ਕੇ ਛਕ ਲੈਂਦੇ। ਕਹਿੰਦੇ ਜੀ ਸਾਡੇ ਮੰਡਲੀ ਦਾ ਇਹ ਨਿਯਮ ਹੈ ਕਿ ਅਸੀਂ ਮੰਗਣ ਨਹੀਂ ਜਾਂਦੇ, ਆਪਣੇ ਆਪ ਜੋ ਪਰਮੇਸ਼ਰ ਭੇਜ ਦਵੇ, ਸਾਡੇ ਕੋਲੇ ਕੋਈ ਰਸਤਬਸਤ ਆ ਜਾਵੇ, ਕੋਈ ਸਾਨੂੰ ਦੇ ਜਾਵੇ ਤੇ ਅਸੀਂ ਛਕ ਲੈਂਦੇ ਆ, ਤੇ ਨਹੀਂ ਤੇ ਜੰਗਲ ਦੇ ਵਿੱਚੋਂ ਕੋਈ ਫਲ, ਕੋਈ ਪੱਤੇ, ਕੋਈ ਜੋ ਕੁਝ ਵੀ ਪ੍ਰਾਪਤ ਹੋਵੇ ਉਹ ਛਕ ਕੇ, ਜਲ ਛਕ ਕੇ ਤੇ ਬੰਦਗੀ ਕਰਦੇ ਰਹਿੰਦੇ ਆ। ਐਸਾ ਇਤਿਹਾਸ ਵਿੱਚ ਲਿਖਿਆ। ਮਾਰੇ ਕਹਿਣ ਲੱਗੇ ਸੰਤ ਜੀ ਆ 20 ਰੁਪਈਏ ਲਓ ਤੇ ਇਹਦੀ ਰਸਤਬਸਤ ਲਿਆ ਕੇ ਤੇ ਕੁਝ ਛਕ ਲਓ, ਪਦਾਰਥ ਬਣਾ ਕੇ। ਕਹਿਣ ਲੱਗੇ ਜੀ ਅਸੀਂ ਪੈਸੇ ਕੀ ਕਰਨੇ ਆ, ਤੁਸੀਂ ਆਪ ਹੀ ਜੋ ਕੁਝ ਲਿਆ ਕੇ ਦੇਣਾ ਚਾਹੁੰਦੇ ਹੋ ਲਿਆ ਦਿਓ ਰਸਤਬਸਤ। ਫਿਰ ਮਹਾਰਾਜ ਸਾਹਿਬ ਜੀ ਚੂੜਕਾਣੇ ਨਗਰ ਗਏ ਭਾਈ ਬਾਲਾ ਜੀ ਨਾਲ, ਉਥੋਂ 20 ਰੁਪਈਆਂ ਦੀ ਰਸਤ ਖਰੀਦੀ ਆ। ਗੱਡਾ ਭਰਿਆ ਗਿਆ, ਲੱਦਿਆ ਗਿਆ 20 ਰੁਪਈਆਂ ਦੇ। ਉਹਨਾਂ ਦਿਨਾਂ ਦੇ 20 ਰੁਪਈਏ ਸੀ। ਉਹ ਸਾਰਾ ਕੁਝ ਦੁੱਧ ਲਿਆਂਦਾ, ਘਿਓ ਲਿਆਂਦਾ, ਚੌਲ ਲਿਆਂਦੇ, ਆਟਾ ਲਿਆਂਦਾ, ਦਾਲਾਂ ਲਿਆਂਦੀਆਂ, ਸਾਰੀ ਵਸਤੂ ਲਿਆ ਕਰਕੇ ਸਾਧੂਆਂ ਨੂੰ ਦਿੱਤੀ। ਉਹਨਾਂ ਨੇ ਬੇਨਤੀ ਕੀਤੀ ਜੀ ਹੁਣ ਆਪ ਜੀ ਚਲੇ ਜਾਓ ਤੇ ਅਸੀਂ ਆਪੇ ਤਿਆਰ ਕਰਕੇ ਛਕ ਲਵਾਂਗੇ। ਉਹਨਾਂ ਨੇ ਆਪ ਹੀ ਤਿਆਰ ਕਰਕੇ ਫਿਰ ਸਭ ਕੁਝ ਛਕਿਆ। ਬਾਅਦ ਵਿੱਚ ਪਿਤਾ ਜੀ ਗੁੱਸੇ ਵੀ ਹੋਏ, ਲੰਮਾ ਇਤਿਹਾਸ ਹੈ। ਤਾਂ ਮਹਾਰਾਜ ਸਾਹਿਬ ਜੀ ਨੇ ਉਸ ਥਾਂ ਦੇ ਉੱਤੇ ਇੱਕ ਸੱਚਾ ਸੌਦਾ ਕੀਤਾ। ਗੁਰੂ ਕਾ ਸਥਾਨ ਹੈ ਸੱਚਾ ਸੌਦਾ। ਭੁੱਖਿਆਂ ਨੂੰ ਭੋਜਨ ਛਕਾਉਣਾ, ਲੋੜਵੰਦਾਂ ਦੀ ਮਦਦ ਕਰਨੀ, ਸੱਚਾ ਸੌਦਾ। ਨਾਮ ਜਪਣ ਵਾਲਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ।
ਬੰਦਗੀ ਕਰਨ ਵਾਲੇ ਸਾਧੂਆਂ ਨੂੰ। ਉਹ ਮਹਾਰਾਜ ਸਾਹਿਬ ਜੀ ਨੇ 20 ਰੁਪਈਆਂ ਦਾ ਲੰਗਰ ਲਾਇਆ ਤੇ ਉਸ ਦਿਨ ਤੋਂ ਅੱਜ ਦੇ ਦਿਨ ਤੀਕ ਲੰਗਰ ਚੱਲ ਰਿਹਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਤੇ ਰਹਿੰਦੀ ਦੁਨੀਆ ਤੀਕ ਚੱਲਦਾ ਰਹਿਣਾ। ਉਹ ਵੱਧਦਾ ਹੀ ਗਿਆ ਵਾ, ਇਹਦੇ ਚ ਘਾਟਾ ਕੋਈ ਨਹੀਂ ਆਇਆ। ਖਾਵਹਿ ਖਰਚਹਿ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਤੋਂ ਜਾਈ। ਹੁਣ ਤਾਂ ਹਰ ਇੱਕ ਥਾਂ ਤੇ ਸਾਰੀ ਦੁਨੀਆ 'ਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਉਹ 20 ਰੁਪਈਆਂ ਦਾ ਹੀ ਲੰਗਰ ਚੱਲ ਰਿਹਾ ਤੇ ਇਹ ਚੱਲਦਾ ਹੀ ਰਹਿਣਾ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿੱਥੇ ਇਹ ਸਰੀਰ ਦੀ ਖੁਰਾਕ ਮਹਾਰਾਜ ਸਾਹਿਬ ਜੀ ਨੇ ਸੱਚਾ ਸੌਦਾ ਕਰਦਿਆਂ ਹੋਇਆਂ ਇਹ ਲੰਗਰ ਲਾਇਆ, ਉੱਥੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਨਾਮ ਦਾ ਭੋਜਨ ਸੰਸਾਰ ਨੂੰ ਦਿੱਤਾ ਹੈ। ਨਾਮ ਦਾ ਵਪਾਰ ਕੀਤਾ ਹੈ। ਸਾਰੇ ਸੰਸਾਰ ਵਿੱਚ ਵਿਚਰ ਕਰਕੇ ਬਾਬੇ ਤਾਰੇ 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਤਿਗੁਰੂ ਜੀ ਨੇ ਸਭ ਨੂੰ ਨਾਮ ਨਾਲ ਹੀ ਜੋੜਿਆ। ਨਾਮ ਦੇ ਨਾਲ ਜੋ ਰੂਹ ਦੀ ਖੁਰਾਕ ਹੈ, ਆਤਮਾ ਦੀ ਖੁਰਾਕ ਹੈ। ਕਹਿੰਦੇ ਸਿੱਧੋ ਅਸੀਂ ਸੱਚੇ ਨਾਮ ਦੇ ਸੌਦੇ ਦੇ ਵਣਜਾਰੇ ਹਾਂ। ਅਸੀਂ ਨਾਮ ਦਾ ਵਪਾਰ ਕਰਦੇ ਫਿਰਦੇ ਹਾਂ। ਨਾਨਕ ਗੁਰਮੁਖ ਉਤਰ ਸਪਾਰੇ। ਅਖੀਰਲਾ ਸੀ ਸਿੱਧਾਂ ਦਾ ਸਵਾਲ ਵੀ ਤੁਸੀਂ ਆਪਣੇ ਸਾਥੀਆਂ ਨੂੰ ਕਿਵੇਂ ਪਾਰ ਕਰੋਗੇ ਸੰਸਾਰ ਸਮੁੰਦਰ ਤੋਂ? ਕਿਉਂ ਕਰ ਸਾਥ ਲੰਘਾਵੋ ਪਾਰੇ। ਆਪਣੇ ਸਾਥ ਨੂੰ ਕਿਵੇਂ ਪਾਰ ਲੰਘਾਓਗੇ ਸੰਸਾਰ ਸਮੁੰਦਰ ਤੋਂ? ਤਾਂ ਮਹਾਰਾਜ ਸਾਹਿਬ ਗਰੀਬ ਨਵਾਜ ਸਾਹਿਬ ਜੀ ਨੇ ਉੱਤਰ ਦਿੱਤਾ, ਨਾਨਕ ਗੁਰਮੁਖ ਉਤਰਸ ਪਾਰੇ। ਸਾਡੇ ਸੰਗੀ ਸਾਥੀ, ਸਾਡੇ ਸੇਵਕ ਇਹ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਪਾਰ ਲੰਘਣਗੇ। ਅਸੀਂ ਸਭ ਨੂੰ ਗੁਰਮੁਖ ਬਣਾ ਰਹੇ ਹਾਂ, ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਜੋੜ ਰਹੇ ਹਾਂ। ਜੋ ਸਾਰਿਆਂ ਤੋਂ ਮੁਖੀ ਗੁਰੂ ਹੈ ਨਾ, ਵਾਹਿਗੁਰੂ ਪਰਮੇਸ਼ਰ ਜੋ ਸਭ ਦਾ ਗੁਰੂ ਹੈ। ਗੁਰ ਈਸਰ, ਗੁਰ ਗੋਰਖ, ਬਰਮਾ ਗੋਰ। ਜੋ ਈਸਰ ਸ਼ਿਵ ਜੀ ਦਾ ਵੀ ਗੁਰੂ ਹੈ, ਜੋ ਵਿਸ਼ਨੂੰ ਦਾ ਵੀ ਗੁਰੂ ਹੈ, ਬਰਮਾ ਦਾ ਵੀ ਗੁਰੂ ਹੈ, ਪਾਰਬਤੀ ਮਾਈ ਦਾ ਵੀ ਗੁਰੂ ਹੈ। ਗੁਰ ਈਸਰ, ਗੁਰ ਗੋਰਖ, ਬਰਮਾ ਗੋਰ, ਪਾਰਬਤੀ ਮਾਈ। ਐਸਾ ਜੋ ਅਕਾਲ ਪੁਰਖ ਗੁਰੂ ਹੈ ਨਾ, ਉਸ ਗੁਰਮੁਖ ਦੇ ਲੜ ਲਾ ਰਹੇ ਹਾਂ। ਮੁਖੀ ਗੁਰੂ ਦੇ ਲੜ ਲਾ ਰਹੇ ਹਾਂ। ਸਭ ਸੰਸਾਰ ਨੂੰ, ਆਪਣੇ ਸੇਵਕਾਂ ਨੂੰ, ਆਪਣੇ ਸਾਥੀਆਂ ਨੂੰ ਗੁਰਮੁਖ ਉਤਰਸ ਪਾਰੇ। ਤੇ ਉਸ ਪ੍ਰਭੂ ਦੇ ਲੜ ਲਾ ਕੇ ਸੰਸਾਰ ਦੇ ਜੀਵ ਪਾਰ ਹੋਣਗੇ। ਸਾਡੇ ਸੰਗੀ ਸਾਥੀ, ਸਾਡੇ ਸਿੱਖ ਸੇਵਕ ਇਹ ਗੁਰਮੁਖ ਬਣ ਕੇ ਗੁਰੂ ਦੇ ਲੜ ਲਾ ਕੇ ਗੁਰੂ ਦਾ ਉਪਦੇਸ਼ ਲੈ ਕਰਕੇ ਪਾਰ ਹੋਣਗੇ। ਸਤਿਗੁਰੂ ਪਾਰ ਕਰਨਗੇ, ਨਾਮ ਦੇ ਨਾਲ ਹੀ ਪਾਰ ਹੋਣਗੇ। ਤੋ ਮਹਾਰਾਜ ਸਾਹਿਬ ਜੀ ਨੇ ਇਹ ਕਿਰਪਾ ਕੀਤੀ। 3 ਪੌੜੀਆਂ ਦੀ ਵਿਚਾਰ ਗੁਰੂ ਕੀ ਕਿਰਪਾ ਦੇ ਨਾਲ ਸਾਂਝੀ ਹੋਈ ਹੈ। ਸਿੱਧਾਂ ਦੇ ਸਵਾਲ, ਗੁਰੂ ਸਾਹਿਬ ਜੀ ਦੇ ਉੱਤਰ। ਮਹਾਰਾਜ ਸਾਹਿਬ ਜੀ ਨੇ ਮਹਾਨ ਹੀ ਪਵਿੱਤਰ ਉਪਦੇਸ਼ ਬਖਸ਼ਿਆ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਸਾਜ ਵਖਰ ਕੇ ਹਮ ਵਣ ਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।